टीवी देख रहे सारे दर्शकों का स्वागत करता। जिमें कि तुसीं सारे इस गल तो अवेयर हो कि बे इन्फो टीवी की सीरीज़ सफ़रनामा विच हर हफ्ते आपां किसी न किसी इहो जी शख्सियत नाल तुहाडी मुलाकात करवाने हैं जिन्हां ने अपनी मेहनत सदका लाइफ दे विच बहुत कुछ अचीव किया हुंदा, कोई ना कोई मुकाम हासिल किया हुंदा। अज सफ़रनामा के इस एपीसोड में मैं तुहाडी मुलाकात करवाउण जा रहा मिस मनप्रीत कौर सेखों नाल, जिहड़े कि ने पंजाब के जिला लुधियाना के छोटे जे कस्बे दुराहा तो बिलोंग करते हैं तो इन्होंने लाइफ बहुत कुछ अचीव किया। इन्हों की रीसेंट अचीवमेंट जी हैगी आ मिस टॉप मॉडल का खिताब जित के आए हैं। तो हुण मुलाकात करवाउण जा रहे मिस मनप्रीत कौर सेखों नाल, जाणांगे उन्होंने जिंदगी के सफ़र बारे। मनप्रीत जी तुहाडा शो में बहुत बहुत स्वागत करते हैं। थैंक यू। सत श्री अकाल जी। सत श्री अकाल मनप्रीत जी। मनप्रीत जी तुसीं अपनी लाइफ के अर्ली ईयर्स बारे दसो कुछ, तुहाडी एजुकेशन बैकग्राउंड। मेरा जन्म लुधियाने ਦੇ ਵਿੱਚ ਹੋਇਆ ਸੀਗਾ ਤੇ ਪੜ੍ਹਾਈ ਇਨੀਸ਼ੀਅਲੀ ਸਕੂਲਿੰਗ ਸਾਰੀ ਲੁਧਿਆਣੇ ਦੁਰਾਹੇ ਦੇ ਵਿੱਚ ਹੋਈ। ਫਿਰ ਉਸ ਤੋਂ ਬਾਅਦ +1 +2 ਮੈਂ ਲੁਧਿਆਣੇ ਤੋਂ ਕੀਤੀ ਤੇ ਆਪਣੀ ਗ੍ਰੈਜੂਏਸ਼ਨ ਵੀ ਲੁਧਿਆਣੇ ਤੋਂ ਕੀਤੀ। ਮੈਂ ਚਾਹੁੰਦੀ ਤਾਂ ਸੀਗੀ ਕਿ ਮੈਂ ਫਾਈਨ ਆਰਟਸ ਕਰਾਂ, ਬਟ ਫਾਈਨ ਆਰਟਸ ਦੇ ਵਿੱਚ ਮੈਨੂੰ ਐਡਮਿਸ਼ਨ ਨਹੀਂ ਮਿਲ ਪਾਈ। ਇਸ ਕਰਕੇ ਮੈਂ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਦੇ ਵਿੱਚ ਚਲੀ ਗਈ, ਫੈਸ਼ਨ ਡਿਜ਼ਾਈਨਿੰਗ ਦੀ ਸਟੱਡੀ ਕਰਨੀ ਸ਼ੁਰੂ ਕਰਤੀ। ਤੇ ਜਿਹੜਾ ਸਾਰਾ ਇਹ ਮੇਰੀ ਲਾਈਫ ਦੇ ਵਿੱਚ ਹੋ ਰਿਹਾ ਕਿ ਮੈਂ ਮਾਡਲ ਬਣੀ ਜਾਂ ਫੈਸ਼ਨ ਦੇ ਵਿੱਚ ਇੰਟਰਸਟ ਗਿਆ, ਉਹ ਉਸ ਐਡਮਿਸ਼ਨ ਲੈਣ ਤੋਂ ਹੀ ਸਟਾਰਟ ਹੋਇਆ ਸੀਗਾ ਬੇਸਿਕਲੀ। ਤੇ ਜੋ ਸਾਡਾ ਫਾਈਨਲ ਈਅਰ ਹੁੰਦਾ ਹੈ ਜਦੋਂ ਫੈਸ਼ਨ ਡਿਜ਼ਾਈਨਿੰਗ ਤੁਸੀਂ ਸਟੱਡੀ ਕਰਦੇ ਹੋ, ਫਾਈਨਲ ਈਅਰ ਦੇ ਵਿੱਚ ਜਾ ਕੇ ਇੱਕ ਸ਼ੋਅ ਹੁੰਦਾ ਆ ਜਿਹਦੇ ਕਿ ਕਾਫੀ ਪੁਆਇੰਟਸ ਹੁੰਦੇ ਨੇ ਤੁਹਾਡੇ ਫਾਈਨਲ ਈਅਰ ਦੇ ਡਿਗਰੀ ਦੇ ਵਾਸਤੇ। ਤੇ ਉਹਦੇ ਵਿੱਚ ਤੁਸੀਂ ਆਪਣੇ ਸੀਨੀਅਰਸ ਜਾਂ ਜੂਨੀਅਰਸ ਨੂੰ ਲੈ ਕੇ ਇੱਕ ਸ਼ੋਅ ਕਰਨਾ ਹੁੰਦਾ ਆ। 5 ਡਰੈਸਿਸ ਕਿਸੇ ਥੀਮ ਤੇ ਡਿਜ਼ਾਈਨ ਕਰਨੀਆਂ ਹੁੰਦੀਆਂ ਆ ਤੇ ਖੁਦ ਵਾਕ ਵੀ ਕਰਨਾ ਹੁੰਦਾ ਉਹਦੇ ਵਿੱਚ, ਡਰੈਸ ਅਪ ਹੋ ਕੇ ਪ੍ਰੋਪਰ। ਤੁਸੀਂ ਕੋਰੀਓਗ੍ਰਾਫ ਵੀ ਕਰਨਾ ਹੈ, ਤੁਸੀਂ ਡਿਜ਼ਾਈਨ ਵੀ ਕਰਨਾ ਹੈ ਉਸ ਡਰੈਸਿਸ ਨੂੰ। ਤੇ ਫਿਰ ਫਾਈਨਲ ਈਅਰ ਦੀਆਂ ਪਿਕਚਰਸ ਆਉਂਦੀਆਂ ਨੇ, ਤੁਸੀਂ ਫੈਬਰਿਕ ਦੀ ਨੌਲੇਜ ਦਿੰਦੇ ਹੋ, ਉਹਦੇ ਵਿੱਚ ਪੂਰੀ ਫਾਈਲ ਤਿਆਰ ਹੋ ਕੇ ਤੁਹਾਡੀ ਜਾਂਦੀ ਹੈ, ਜਿਸ ਅਕੋਰਡਿੰਗ ਤੁਹਾਨੂੰ ਤੁਹਾਡੇ ਗ੍ਰੇਡਸ ਮਿਲਦੇ ਨੇ। ਔਰ ਉਹ ਫਾਈਲ ਬਹੁਤ ਹੀ ਇੰਪੋਰਟੈਂਟ ਹੁੰਦੀ ਹੈ ਤੁਹਾਡੇ ਪੂਰੇ ਕੋਰਸ ਦੇ ਵਿੱਚ। ਤੇ ਜਦੋਂ ਮੈਂ ਉਹ ਸ਼ੋਅ ਕੀਤਾ ਸੀਗਾ ਤੇ ਮੈਨੂੰ ਲੱਗਦਾ ਕਿ ਉਹ ਫਸਟ ਟਾਈਮ ਸੀਗਾ ਕਿ ਮੈਂ ਇੰਨਾ ਪ੍ਰੋਫੈਸ਼ਨਲ ਮੇਕਅਪ ਕਰਵਾਇਆ ਹੋਊਗਾ ਜਾਂ ਇੱਦਾਂ ਡਿਜ਼ਾਈਨਰ ਡਰੈਸ ਪਾ ਕੇ ਕਿਤੇ ਰੈਂਪ 'ਤੇ ਤੁਰੀ ਹੋਊਗੀ, ਹੈ ਨਾ। ਤੇ ਜਦੋਂ ਮੈਂ ਉਹ ਵਾਕ ਕੀਤੀ ਤਾਂ ਮੇਰੀਆਂ ਪਿਕਚਰਸ ਬਹੁਤ ਸੋਹਣੀਆਂ ਆਈਆਂ ਸੀ, ਪਿਕਚਰਸ ਬਹੁਤ ਪਿਆਰੀਆਂ ਆਈਆਂ ਤੇ ਬੰਦੇ ਨੂੰ ਐਕਸਾਈਟਮੈਂਟ ਹੁੰਦੀ ਆ। ਤੇ ਉਦੋਂ ਨਾ ਨਵਾਂ ਫੇਸਬੁੱਕ ਦਾ ਅਕਾਊਂਟ ਬਣਾਇਆ ਸੀਗਾ ਤੇ ਬੜੀ ਐਕਸਾਈਟਮੈਂਟ ਹੁੰਦੀ ਕੋਈ ਵਧੀਆ ਜਿਹੀ ਪਿਕਚਰ ਮਿਲ ਜੇ ਤੇ ਆਪਾਂ ਪੋਸਟ ਕਰ ਦਈਏ। ਤੇ ਪਿਕਚਰਸ ਆਈਆਂ ਤੇ ਮੈਂ ਉਹ ਪੋਸਟ ਕਰਤੀਆਂ। ਮੈਨੂੰ ਰਿਸਪੌਂਸ ਬਹੁਤ ਵਧੀਆ ਮਿਲਿਆ। ਔਰ ਇਹਨੂੰ ਕੋਇਨਸੀਡੈਂਸ ਕਹਿ ਲਓ ਕਿ ਉਸ ਟਾਈਮ ਜੋ ਅੱਜ ਦੀ ਡੇਟ ਦੇ ਵਿੱਚ ਆਪਣੇ ਇੰਡਸਟਰੀ ਦੇ ਬਹੁਤ ਹੀ ਮਤਲਬ ਕਹਿੰਦਾ ਨਾ ਵੀ ਪੋਪੂਲਰ ਲੋਕ ਨੇ, ਉਸ ਟਾਈਮ ਉਹ ਵੀ ਸਟਰਗਲਿੰਗ ਸੀਗੇ, ਉਹ ਮੇਰੇ ਫੇਸਬੁੱਕ ਫਰੈਂਡਸ ਸੀਗੇ ਉਸ ਟਾਈਮ। ਤੇ ਜਦੋਂ ਮੈਂ ਉਹ ਪਿਕਚਰਸ ਪੋਸਟ ਕੀਤੀਆਂ ਤੇ ਉਹਨਾਂ ਨੇ ਮੈਨੂੰ ਬੜਾ ਪੁਸ਼ ਕੀਤਾ ਵੀ ਯਾਰ ਤੈਨੂੰ ਗਾਣੇ ਕਰਨੇ ਚਾਹੀਦੇ ਨੇ ਜਾਂ ਤੈਨੂੰ ਮਾਡਲਿੰਗ ਕਰਨੀ ਚਾਹੀਦੀ ਹੈ। ਖੈਰ ਮੈਂ ਇੱਕ ਅੱਧਾ ਛੋਟਾ ਮੋਟਾ ਸੌਂਗ ਕੀਤਾ। ਉਸ ਤੋਂ ਬਾਅਦ ਮੈਨੂੰ ਲੁਧਿਆਣੇ ਦੇ ਇੱਕ ਫੋਟੋਗ੍ਰਾਫਰ ਦਾ ਮੈਸੇਜ ਆਇਆ ਔਨ ਫੇਸਬੁੱਕ, ਜਿੱਥੋਂ ਕਿ ਕਮਰਸ਼ੀਅਲੀ ਮੈਂ ਕੰਮ ਕਰਨਾ ਸ਼ੁਰੂ ਕੀਤਾ। ਤੁਸੀਂ ਕਹਿ ਸਕਦੇ ਹੋ ਕਿ ਟਰਨਿੰਗ ਪੁਆਇੰਟ ਸੀ ਤੁਹਾਡਾ। ਹਾਂਜੀ, ਉਹ ਟਰਨਿੰਗ ਪੁਆਇੰਟ ਸੀਗਾ ਕਿ ਮੈਨੂੰ ਇੱਕ ਕੈਜੂਅਲ ਮਾਡਲ ਤੋਂ, ਜਿਹਨੂੰ ਹੈ ਨਾ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਗਾਣਾ ਕਰ ਲੈਣਾ ਨਾਟ ਅ ਬਿਗ ਡੀਲ ਹੁੰਦੀ ਹੈ ਨਾ ਲਾਈਫ ਦੇ ਵਿੱਚ। ਕਰ ਲਿਆ, ਅੱਜ ਕੱਲ੍ਹ ਇੰਨੇ ਸਿੰਗਰ ਨੇ ਪੰਜਾਬ ਦੇ ਵਿੱਚ ਕਿ ਗਾਣਾ ਕਰਨਾ ਤੁਹਾਡੇ ਲਈ ਕੋਈ ਜ਼ਿਆਦਾ ਬਹੁਤ ਵੱਡੀ ਅਚੀਵਮੈਂਟ ਨਹੀਂ ਹੈਗੀ। ਬਟ ਜਦੋਂ ਤੁਸੀਂ ਇੱਕ ਪ੍ਰੋਫੈਸ਼ਨਲ ਤੌਰ 'ਤੇ ਕੰਮ ਕਰਦੇ ਹੋ, ਹੈ ਨਾ, ਜਾ ਕੇ ਕੈਮਰੇ ਦੇ ਮੂਹਰੇ ਖੜੇ ਹੋ ਕੇ ਪੋਜ਼ ਕਰਦੇ ਹੋ ਤੇ ਉਹ ਪਿਕਚਰ ਨਿਕਲ ਕੇ ਜੋ ਆਉਂਦੀ ਆ, ਹੈ ਨਾ, ਤੇ ਤੁਹਾਨੂੰ ਉਹਦੇ ਵਾਸਤੇ ਪੇ ਵੀ ਕੀਤਾ ਜਾਂਦਾ, ਉਹ ਅਚੀਵਮੈਂਟ ਹੁੰਦੀ ਆ। ਉਹ ਤੁਸੀਂ ਕੁਝ ਕਰ ਲੈਂਦੇ ਹੋ ਲਾਈਫ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਲੱਗਦਾ ਕਿ ਹਾਂ ਇਹਨੂੰ ਐਜ਼ ਅ ਪ੍ਰੋਫੈਸ਼ਨ ਲਿਆ ਜਾ ਸਕਦਾ। ਇਹਦਾ ਮਤਲਬ ਕਿ ਇਹ ਸਾਰਾ ਕੁਝ ਅਨਪਲਾਨਡ ਸੀਗਾ ਤੇ ਤੁਸੀਂ ਬਸ ਜਸਟ ਵੈਂਟ ਥਰੂ ਦਾ ਫਲੋ ਕਿ ਜੋ ਹੋ ਰਿਹਾ ਬਸ ਤੁਸੀਂ ਫਲੋ ਦੇ ਨਾਲ ਚਲੇ ਗਏ। ਹਾਂ, ਹੋ ਸਕਦਾ ਹੈ ਕਿ ਜਦੋਂ ਮੈਂ ਗਰੋਇੰਗ ਸੀਗੀ, ਹੈ ਨਾ, ਮੇਰੀ ਹਾਈਟ ਸੀਗੀ ਜਾਂ ਬੋਡੀ ਸਟਰਕਚਰ ਇੱਦਾਂ ਦਾ ਸੀਗਾ ਕਿ ਫੀਚਰਸ ਸ਼ਾਰਪ ਸੀਗੇ। ਰੰਗ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਕਿ ਮੈਂ ਬਹੁਤ ਫੇਅਰ ਸੀਗੀ। ਹਾਂ, ਮੇਰੇ ਫੀਚਰਸ ਕਰਕੇ ਮੈਨੂੰ ਕਾਫੀ ਕੰਪਲੀਮੈਂਟ ਮਿਲਦੇ ਸੀਗੇ। ਤਾਂ ਹੋ ਸਕਦਾ ਕਿ ਮੈਨੂੰ ਕਈਆਂ ਨੇ ਕਿਹਾ ਹੋਵੇ, ਜਿਵੇਂ ਕੋਈ ਰਿਸ਼ਤੇਦਾਰ ਕਹਿ ਦਿੰਦਾ ਹੈ, ਕੋਈ ਫਰੈਂਡ ਕਹਿ ਦਿੰਦਾ ਹੈ ਨਾ ਕਿ ਮਨਪ੍ਰੀਤ ਤੂੰ ਤਾਂ ਮਾਡਲਿੰਗ ਕਰ। ਬਟ ਕਹਿੰਦਾ ਨਾ ਵੀ ਤੁਸੀਂ ਕਦੇ ਸੋਚਿਆ ਨਹੀਂ, ਕਿਉਂਕਿ ਮੈਨੂੰ ਪੇਂਟਿੰਗ ਦਾ, ਕਰਾਫਟ ਦਾ, ਇਹਨਾਂ ਚੀਜ਼ਾਂ ਦਾ ਸ਼ੌਂਕ ਜ਼ਿਆਦਾ ਸੀਗਾ ਰੈਦਰ ਦੈਨ ਕਿ ਮੈਂ ਮਾਡਲ ਬਣ ਜਾ। ਬਟ ਜਦੋਂ ਓਪਰਚੁਨਿਟੀ ਮਿਲੀ ਤਾਂ ਫਿਰ ਕਹਿੰਦਾ ਨਾ ਕਿ ਵੈਨ ਇਟ knocks on your door you need to grab it. I grabbed my opportunity. तो ਮੈਨੂੰ ਇੱਕ ਮੈਸੇਜ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਆਇਆ ਤੇ ਮੈਨੂੰ ਸੀਰੀਅਸਲੀ ਮੈਂ ਤੁਹਾਨੂੰ ਦੱਸਾਂ ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ ਆ। ਬਹੁਤ ਹੁੰਦਾ ਹੈ ਨਾ ਫੇਸਬੁੱਕ ਤੇ ਆਪਾਂ ਕਹਿੰਦੇ ਫੇਕ ਆਈਡੀ ਬਣਾ ਕੇ ਇਦਾਂ ਦਾ।
ਕਿਉਂਕਿ ਤੁਸੀਂ ਉਹ ਜਿਹੜੀਆਂ ਪਿਕਸ ਤੁਸੀਂ ਕਹਿ ਰਹੇ ਹੋ ਪੋਸਟ ਕੀਤੀਆਂ ਸੀ, ਤੁਸੀਂ ਉਹ ਇੰਟੈਂਸ਼ਨਲੀ ਮਤਲਬ ਇਸ ਚੀਜ਼ ਲਈ ਨਹੀਂ ਪਈਆਂ ਪੋਸਟ ਕੀਤੀਆਂ ਕਿ ਤੁਸੀਂ ਕਿਸੇ ਦੀ ਅਟੈਂਸ਼ਨ ਗ੍ਰੈਬ ਕਰੋ। ਨਹੀਂ ਨਾ ਤੁਹਾਡੀ ਕੋਈ ਇੰਟੈਂਸ਼ਨ ਸੀਗੀ ਕਿ ਹਾਂ ਮੈਨੂੰ ਹੁਣ ਮਾਡਲਿੰਗ ਦੇ ਆਫਰਸ ਆਉਣ ਲੱਗ ਜਾਣਗੇ। ਜਦੋਂ ਮੈਂ ਉਹਨਾਂ ਨੂੰ ਜਾ ਕੇ ਮਿਲੀ ਤੇ ਜਦੋਂ ਮੈਂ ਉਹਨਾਂ ਦਾ ਸੈਟਅਪ ਦੇਖਿਆ ਕਿ ਹਾਂ ਐਕਚੁਅਲੀ ਇੱਥੇ ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਜਾਂ ਐਕਚੁਅਲੀ ਇੱਥੇ ਕੰਮ ਹੋ ਰਿਹਾ ਆ, ਤੇ ਬਸ ਫਿਰ ਮੈਨੂੰ ਲੱਗਦਾ ਵੀ ਮੈਂ ਕਦੇ ਮੁੜ ਕੇ ਨਹੀਂ ਦੇਖਿਆ। ਅੱਜ 9 ਸਾਲ ਹੋ ਗਿਆ ਉਸ ਗੱਲ ਨੂੰ। ਠੀਕ ਹੈ ਮਨਪ੍ਰੀਤ, ਇਹ ਚੀਜ਼ ਤੁਹਾਡੀ ਲਾਈਫ ਦਾ ਟਰਨਿੰਗ ਪੁਆਇੰਟ। ਹਾਂਜੀ, ਇਸ ਤੋਂ ਇਲਾਵਾ ਜਦੋਂ ਕਰੀਅਰ ਤੁਸੀਂ ਹੁਣ 9 ਸਾਲ ਕਹਿ ਰਹੇ ਹੋਗੇ, ਕੀ ਚੈਲੰਜਸ ਆਏ ਜਾਂ ਫੈਮਿਲੀ ਤੋਂ ਜਦੋਂ ਤੁਸੀਂ ਸਟਾਰਟਿੰਗ 'ਚ ਕਰਨੀ ਸ਼ੁਰੂ ਕੀਤੀ ਮਾਡਲਿੰਗ, ਫੈਮਿਲੀ ਦਾ ਬਿਹੇਵੀਅਰ ਕਿਹੋ ਜਿਹਾ ਸੀ? ਕਿ ਕੋਆਪਰੇਟ ਕੀਤਾ ਸਾਰਿਆਂ ਨੇ, ਪੇਰੈਂਟਸ ਨੇ ਕੋਆਪਰੇਟ ਕੀਤਾ ਜਾਂ ਰਿਲੇਟਿਵ ਹੁੰਦੇ ਨੇ ਜਾਂ ਫਰੈਂਡਸ ਹੁੰਦੇ, ਕਲੋਜ਼ ਸਰਕਲ ਫਰੈਂਡਸ ਹੁੰਦੇ ਜਿਹੜੇ, ਉਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ ਜਾਂ ਉਹਨਾਂ ਨੇ ਕਿਹਾ ਕਿ ਨਹੀਂ ਇਟਸ ਨਾਟ ਮੇਡ ਫॉर ਯੂ? ਮੇਰਾ ਸਟਰਗਲ ਬਸ ਇੰਨਾ ਸੀਗਾ ਕਿ ਮੈਨੂੰ ਦੁਰਾਹੇ ਤੋਂ ਨਿਕਲ ਕੇ ਇੱਕ ਵੱਡੀ ਸਿਟੀਜ਼ ਜਾ ਕੇ ਰਹਿਣਾ ਪਿਆ। ਮੇਰਾ ਸਟਰਗਲ ਉਹ ਸੀਗਾ ਉੱਥੇ ਸਰਵਾਈਵ ਕਰਨਾ। ਮੈਂ ਛੋਟੇ ਜਿਹੇ ਪਿੰਡ ਦੇ ਵਿੱਚ ਰਹਿ ਕੇ, ਮੈਂ ਉਦਾਂ ਦਾ ਬੱਚਾ ਜਿਹਨੇ ਇੱਕ ਰਾਤ ਵੀ ਆਪਣੇ ਮਾਂ-ਬਾਪ ਤੋਂ ਇਲਾਵਾ ਨਾ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਵੀ ਨਹੀਂ ਰਹੀ, ਹੈਨਾ, ਉਦਾਂ ਦਾ। ਤੇ ਉਹਨੂੰ ਅਚਾਨਕ ਤੋਂ ਆਪਣਾ ਘਰ ਛੱਡ ਕੇ, ਆਪਣਾ ਪਿੰਡ ਛੱਡ ਕੇ, ਹੈਨਾ, ਆਪਣੇ ਪੇਰੈਂਟਸ ਛੱਡ ਕੇ ਤੇ ਅਚਾਨਕ ਜਾ ਕੇ ਸਿਟੀ 'ਚ ਰਹਿਣਾ ਪਿਆ। ਕੰਮ ਤੇ ਚਲੋ ਆਪਾਂ ਪਿੰਡਾਂ ਵਾਲੇ ਬੱਚੇ ਆ, ਹੈਨਾ, ਘਰਾਂ ਦੇ ਵਿੱਚ ਕਰਦੇ ਆ, ਉਹ ਇੰਨੀ ਦਿੱਕਤ ਨਹੀਂ ਆ, ਬਟ ਪੇਰੈਂਟਸ ਤੋਂ ਬਿਨਾਂ ਸਰਵਾਈਵ ਕਰਨਾ, ਹਰ ਕੰਮ ਤੁਸੀਂ ਖੁਦ ਕਰੋ। ਮੈਂ ਲੜਕੀ ਆ, ਮੈਂ ਆਪਣੇ ਘਰ ਦਾ ਹਰ ਕੰਮ ਖੁਦ ਕਰਨਾ ਆ। ਜਿੱਦਾਂ ਨਿੱਕੀਆਂ ਗੱਲਾਂ ਹੁੰਦੀਆਂ ਕਿ ਮੈਂ ਸਿਲੰਡਰ ਵੀ ਖੁਦ ਭਰਵਾਉਣਾ ਆ, ਮੈਂ ਬਿਜਲੀ ਦਾ ਬਿੱਲ ਵੀ ਖੁਦ ਪੇ ਕਰਨਾ ਹੈ। ਉਹ ਸਟਰਗਲ ਸੀਗਾ। ਉਸ ਤੋਂ ਇਲਾਵਾ ਜੇ ਮੈਂ ਕਹਾਂ ਮੈਨੂੰ ਕੰਮ ਵਾਸਤੇ ਕਦੇ ਸਟਰਗਲ ਹੋਇਆ, ਗ੍ਰੇਸ ਆਫ ਗੋਡ ਆ ਮੇਰੇ ਉੱਤੇ, ਕਹਿੰਦਾ ਨਾ ਵਾਹਿਗੁਰੂ ਦਾ ਹੱਥ ਹੁੰਦਾ ਆ ਕਿ ਮੈਨੂੰ ਕਦੇ ਕੰਮ ਵਾਸਤੇ ਸਟਰਗਲ ਨਹੀਂ ਕਰਨਾ ਪਿਆ। ਮੈਨੂੰ ਸਾਹਮਣੇ ਤੋਂ ਕੰਮ ਆਉਂਦਾ ਪਹਿਲੇ ਦਿਨ ਤੋਂ, ਚਾਹੇ ਮੈਂ ਉਸ ਟਾਈਮ 25,000 ਤੋਂ 30,000 ਪਰ ਮੰਥ ਕਮਾ ਰਹੀ ਸੀਗੀ, ਚਾਹੇ ਅੱਜ ਮੇਰੀ ਇਨਕਮ ਅਲੱਗ ਫਿਗਰਸ ਦੇ ਵਿੱਚ ਆ, ਮੈਨੂੰ ਸਟਰਗਲ ਨਹੀਂ ਕਰਨਾ ਪਿਆ। ਔਰ ਫੈਮਿਲੀ ਦੀ ਤਾਂ ਇੰਨੀ ਕੁ ਜ਼ਿਆਦਾ ਸਪੋਰਟ ਸੀ ਕਿ ਮੈਨੂੰ ਲੱਗਦਾ ਕਿ ਮੇਰੇ ਨਾਲੋਂ ਜ਼ਿਆਦਾ ਐਕਸਾਈਟਿਡ ਹੋ ਸੀਗੇ। ਈਵਨ ਮੇਰੇ ਰਿਲੇਟਿਵਸ, ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਹਾਂਜੀ ਤੁਹਾਡੀ ਕੁੜੀ ਕੀ ਕਰ ਰਹੀ ਹੈ, ਕੀ ਕਰ ਰਹੀ ਹੈ। ਐਵਰੀਵਨ ਵਾਸ ਹੈਪੀ ਅਬਾਊਟ ਮਾਈ ਮਾਡਲਿੰਗ, ਕਿ ਉਹਨਾਂ ਨੂੰ ਖੁਸ਼ੀ ਹੁੰਦੀ ਸੀ ਕਿ ਅੱਛਾ ਆਹ ਫੋਟੋ ਸੋਹਣੀ ਆਈ ਹੈ। ਮੈਨੂੰ ਲੱਗਦਾ ਕਿ ਮੇਰੀ ਪੂਰੀ ਫੈਮਿਲੀ, ਜੇ ਮੇਰਾ ਫੇਸਬੁੱਕ ਅਕਾਊਂਟ ਹੈ ਜਾਂ ਇੰਸਟਾਗ੍ਰਾਮ ਹੈ, ਉਹਦੇ ਉੱਤੇ 60% ਕਮੈਂਟਸ ਮੇਰੀ ਫੈਮਿਲੀ ਦੇ, ਚਾਚੀਆਂ, ਮਾਸੀਆਂ ਦੇ ਹੁੰਦੇ ਆ। ਤੇ nobody said anything. I must say ਕਿ you were the lucky kind of kid ਕਿ ਬਹੁਤ ਘੱਟ ਲੋਕਾਂ ਨੂੰ ਇਹ ਸਪੋਰਟ ਮਿਲਦੀ ਆ, ਬੱਚਿਆਂ ਨੂੰ ਬਹੁਤ ਘੱਟ, ਸਪੈਸ਼ਲੀ ਕੁੜੀਆਂ ਨੂੰ ਬਹੁਤ ਘੱਟ ਸਪੋਰਟ ਮਿਲਦੀ ਆ ਪੇਰੈਂਟਸ ਵੱਲੋਂ ਜਾਂ ਫੈਸ਼ਨ ਇੰਡਸਟਰੀ ਤੋਂ। ਕੁਛ ਉਹਦੇ ਮਿਥ ਵੀ ਹੈਗੇ ਆ, ਇਸ ਕਰਕੇ ਲੋਕ ਡਰਦੇ ਵੀ ਹੈਗੇ ਆ ਕਿ ਫੈਸ਼ਨ ਇੰਡਸਟਰੀ ਬਾਰੇ ਬੜੇ ਕੁਛ ਨੈਗੇਟਿਵ ਲੋਕ ਸੋਚਦੇ ਆ ਕਿ ਨੈਗੇਟਿਵ ਚੀਜ਼ਾਂ ਆ, ਜ਼ਿਆਦਾ ਨੈਗੇਟਿਵ ਲੋਕ ਭਰੇ ਹੋਏ ਆ ਇੰਡਸਟਰੀ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਚਾਹੁੰਦੇ ਆ? ਇੱਕ ਪੋਜ਼ਿਟਿਵ ਵੇ ਦੇ ਨਾਲ ਐਪਰੀਸ਼ੀਏਟ ਕਰਨ ਵਾਲੇ ਲੋਕ ਬਹੁਤ ਘੱਟ ਹੁੰਦੇ ਨੇ, ਜਿਹੜੇ ਰਾਈਟਰ ਪੋਇਟਸ ਬਣ ਜਾਂਦੇ ਨੇ। ਬਿਲਕੁਲ। ਤੇ ਜਿਹੜੇ ਕਹਿ ਦਈਏ ਵੀ ਨੈਗੇਟਿਵਿਟੀ ਹੈ ਨਾ, ਉਹ ਲੇਮੈਨ ਨਾਰਮਲ, ਜਿਨ੍ਹਾਂ ਨੇ ਨਾ ਕੁਝ ਕਰਨਾ ਨਾ ਦੂਜਿਆਂ ਨੂੰ ਕਰਨ ਦੇਣਾ, ਜਿਹੜਾ ਕਰ ਰਿਹਾ ਵਾ ਉਹਦੇ ਲੱਤਾਂ ਖਿੱਚੀ ਜਾਣੀਆਂ ਵਾ। ਕਦੇ ਕੱਪੜਿਆਂ ਤੇ ਕਮੈਂਟ ਕਰਤਾ, ਕਦੇ ਮੇਕਅਪ ਤੇ ਕਮੈਂਟ ਕਰਤਾ, ਕਦੇ ਪੂਰੀ ਇੰਡਸਟਰੀ ਤੇ ਕਮੈਂਟ ਕਰਤਾ। ਮਾਡਲਿੰਗ ਕਿਹਨਾਂ ਚੀਜ਼ਾਂ ਵਾਸਤੇ ਹੁੰਦੀ ਆ? ਕਾਰਪੋਰੇਟ ਵਾਸਤੇ ਹੁੰਦੀ ਆ। ਬਿਲਕੁਲ। ਤੁਸੀਂ ਕਿਸੇ ਸ਼ੈਂਪੂ ਦੀ ਐਡ ਕਰੋਗੇ, ਤੁਸੀਂ ਕਿਸੇ ਮੇਕਅਪ ਪ੍ਰੋਡਕਟ ਦੀ ਐਡ ਕਰੋਗੇ, ਇਨੀਸ਼ੀਅਲੀ ਜੋ ਉਹ ਬਿਗਨਿੰਗ ਕਿੱਥੋਂ ਹੋ ਰਹੀ ਹੈ? ਇਟ ਸਟਾਰਟਸ ਫਰਮ ਕਾਰਪੋਰੇਟ, ਠੀਕ ਹੈ? ਐਗਜ਼ੈਕਟਲੀ। ਤੇ ਤੁਸੀਂ ਦੱਸੋ ਕਿ ਮਾਡਲਸ ਖਰਾਬ ਕਿੱਦਾਂ ਹੋ ਗਈਆਂ? ਦੇ ਆਰ ਐਕਸਪਲੋਇਟਡ ਬਾਏ ਕਾਰਪੋਰੇਟ ਵਰਲਡ। ਫਿਰ ਤੁਸੀਂ ਉਹਨੂੰ ਕਲੀਨ ਕਿੱਦਾਂ ਕਹਿ ਸਕਦੇ ਹੋ ਤੇ ਸਾਨੂੰ ਕਿੱਦਾਂ ਗਲਤ ਕਹਿ ਸਕਦੇ ਹੋ? ਠੀਕ ਹੈ? ਜੌਬ ਕੋਈ ਵੀ ਲਗਾ ਲਓ, 에ਅਰ ਹੋਸਟੈਸ ਦੀ ਜੌਬ ਲਗਾ ਲਓ, ਅੱਜ 에ਅਰ ਹੋਸਟੈਸਿਸ ਬਾਰੇ ਵੀ ਗਲਤ ਬੋਲਿਆ ਜਾ ਰਿਹਾ ਹੈ। ਇਹ ਤੇ ਇਦਾਂ ਨਹੀਂ ਹੁੰਦੀ, ਜਸਟ ਬਿਕਾਜ਼ ਦੇ ਆਰ ਵੇਅਰਿੰਗ ਸਕਰਟ ਐਂਡ ਸਰਵਿੰਗ ਯੂ ਡਸਨਟ ਮੀਨ ਦੇ ਹੈਵ ਅ ਬੈਡ ਜੌਬ। ਸੋ ਇਹ ਸਟੀਰੀਓਟਾਈਪਸ ਨੇ, ਇਹਨਾਂ ਨੂੰ ਅੱਜ ਬ੍ਰੇਕ ਕੀਤਾ ਜਾ ਰਿਹਾ ਆ, ਹੋ ਰਿਹਾ ਆ ਚੇਂਜ। ਇਹ ਆਪਣੇ ਜਿੱਦਾਂ এনवायरमेंट ਚੇਂਜ ਹੋ ਰਿਹਾ, ਐਜੂਕੇਸ਼ਨ ਵੱਧ ਰਹੀ ਹੈ ਨਾ, ਜਿੱਦਾਂ ਐਜੂਕੇਸ਼ਨ ਵੱਧ ਰਹੀ ਉਦੋਂ ਆਪਾਂ ਨੂੰ ਰਿਅਲਾਈਜ਼ ਹੁੰਦਾ ਕਿ ਸਾਨੂੰ ਕਿਸੇ ਦੇ ਕੱਪੜਿਆਂ ਨੂੰ ਲੈ ਕੇ, ਕਿਸੇ ਦੀ ਅਪੀਅਰੈਂਸ ਨੂੰ ਲੈ ਕੇ ਜੱਜ ਕਰਨਾ, ਉਸ ਬੰਦੇ ਦੇ ਕੈਰੈਕਟਰ ਨੂੰ। ਜਿੱਦਾਂ ਇੱਕ ਬਹੁਤ ਫੇਮਸ ਕਾਮਨ ਕਹਾਵਤ ਹੈ, ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ, ਯੂ ਡੋਂਟ ਹੈਵ ਟੂ ਜੱਜ ਅ ਬੁੱਕ ਬਾਈ ਇਟਸ ਕਵਰ। ਸੋ ਬੇਸਿਕਲੀ ਜਿਹੜੀ ਫੈਸ਼ਨ ਇੰਡਸਟਰੀ ਦੇ ਵਿੱਚ ਜਿਹੜਾ ਸਟੀਰੀਓਟਾਈਪ ਬਣਾ ਦਿੱਤਾ ਕਿ ਮਾਡਲਿੰਗ ਇੱਕ ਗਲਤ ਇੰਡਸਟਰੀ ਹੈ, ਇਹ ਗਲਤ ਆ। ਚੰਗੇ ਮਾੜੇ ਲੋਕ ਦੁਨੀਆ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਆਉਂਦੇ ਜਾਂਦੇ ਰਹੇ ਨੇ। ਤੁਸੀਂ ਕਿਤੇ ਵੀ ਚਲ ਜਾਓ, ਇੱਕ ਪਿੰਡ ਦੇ ਵਿੱਚ ਛੋਟੀ ਜਿਹੀ ਜਗ੍ਹਾ ਹੋਊਗੀ ਨਾ, ਉੱਥੇ ਵੀ ਤੁਹਾਨੂੰ 2 ਚੰਗੇ ਲੋਕ ਮਿਲਣਗੇ, 2 ਮਾੜੇ ਮਿਲਣਗੇ, ਹੈ ਨਾ? ਇਹ ਤਾਂ ਆਪਾਂ ਚੇਂਜ ਹੀ ਨਹੀਂ ਕਰ ਸਕਦੇ ਹੈਗੇ। ਤਾਂ ਇਹ ਤਾਂ ਕਹਿੰਦੇ ਨਾ ਵੀ ਸਮਾਜ ਦੀ ਪ੍ਰੋਬਲਮ ਆ। ਇਹ ਤਾਂ ਜਦੋਂ ਹੌਲੀ ਹੌਲੀ ਐਜੂਕੇਸ਼ਨ ਵਧੂਗੀ, ਲੋਕਾਂ ਨੂੰ ਅਵੇਅਰਨੈਸ ਵਧੂਗੀ, ਤਾਂ ਇਹ ਚੀਜ਼ਾਂ ਦੇ ਨਾ ਮਾਇਨੇ ਚੇਂਜ ਹੋ ਸਕਦੇ ਨੇ, ਨਹੀਂ ਤਾਂ ਮੈਨੂੰ ਨਹੀਂ ਲੱਗਦਾ ਹੈਗਾ। ਬਟ ਜਿੱਦਾਂ ਮੈਂ ਕੰਮ ਕਰ ਰਹੀ ਸੀਗੀ, ਮੈਨੂੰ এনवायरमेंट ਇੰਨਾ ਕੁ ਪਲੀਜ਼ੈਂਟ ਮਿਲਿਆ ਆ, ਇੰਨਾ ਕੁ ਵਧੀਆ ਮਿਲਿਆ ਆ, ਸਾਰੇ ਲੋਕ ਇੰਨੇ ਪੋਜ਼ਿਟਿਵ, ਇੰਨਾ ਐਪਰੀਸ਼ੀਏਟ ਕਰਨ ਵਾਲੇ ਕਿ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੈ। ਬਿਲਕੁਲ ਬਿਲਕੁਲ। ਦੇਖੋ, ਜਿਹੜੇ ਲੋਕਾਂ ਦਾ ਥਾਟ ਪ੍ਰੋਸੈਸ ਹੀ ਇਹੀ ਹੈਗਾ
ਤੇ ਕਿਸੇ ਕੰਮ ਦੇ ਵਿੱਚੋਂ ਸਿਰਫ ਅਸੀਂ ਨੈਗੇਟਿਵਿਟੀ ਹੀ ਲੱਭਣੀ ਹੈਗੀ ਆ। ਉਹਨਾਂ ਨੂੰ ਅਸੀਂ ਕੁਝ ਕਰ ਵੀ ਨਹੀਂ ਸਕਦੇ, ਨਾ ਸਮਝਾ ਸਕਦੇ ਹਾਂ। ਪਰ ਛੋਟੇ ਇਨੀਸ਼ੀਏਟਿਵ ਲੈ ਕੇ ਤੁਹਾਡੀ ਇੰਟਰਵਿਊ ਦਾ ਜਾਂ ਮਕਸਦ ਇਹ ਵੀ ਹੈਗਾ ਕਿ ਲੋਕਾਂ ਨੂੰ ਜਿਹੜੇ ਭਰਮ ਭੁਲੇਖੇ ਹੈਗੇ ਇੰਡਸਟਰੀ ਰਿਲੇਟਡ ਉਹ ਦੂਰ ਹੋ ਸਕਣ, ਕਿ ਸਾਡੇ ਛੋਟੇ ਸ਼ਹਿਰਾਂ ਦੀਆਂ ਬੱਚੀਆਂ ਵੀ ਜਾ ਕੇ ਮੁੰਬਈ ਜਾ ਕੇ ਜਾਂ ਫੈਸ਼ਨ ਇੰਡਸਟਰੀ 'ਚ ਇਟਲੀ ਜਾ ਕੇ ਜਾਂ ਕਿਤੇ ਵੀ ਮਾਡਲਿੰਗ ਨਾਲ ਰਿਲੇਟਡ ਜਾਂ ਫੈਸ਼ਨ ਇੰਡਸਟਰੀ ਰਿਲੇਟਡ ਵੱਡੇ ਸ਼ੋਅ ਹੁੰਦੇ ਆ, ਰੈਮਬੌਕਸ ਹੁੰਦੇ ਆ, ਸਾਡੇ ਛੋਟੇ ਸ਼ਹਿਰਾਂ ਦੀਆਂ ਬੇਟੀਆਂ ਵੀ ਜਾ ਕੇ ਸਕਸੈਸਫੁਲ ਹੋ ਸਕਦੀਆਂ ਆ। ਤੇ ਇਹ ਜਿਹੜੇ ਇੰਡਸਟਰੀ ਰਿਲੇਟਡ ਮਿਥ ਹੈਗੇ ਆ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਥੋੜਾ ਜਿਹਾ ਲੋਕਾਂ 'ਚ ਅਵੇਅਰਨੈਸ ਹੋਣੀ ਇਹਦੀ ਜ਼ਰੂਰੀ ਹੈਗੀ। ਕਿ ਮਨਪ੍ਰੀਤ, ਜਿਹੜੀ ਰੀਸੈਂਟ ਅਚੀਵਮੈਂਟ ਹੈਗੀ ਤੁਹਾਡੀ ਮਿਸ ਇੰਟਰਨੈਸ਼ਨਲ ਟੌਪ ਮਾਡਲ ਦੀ, ਇਹ ਜਿਹੜਾ ਸਾਰਾ ਸੀਗਾ ਕਿਹਨਾਂ ਨੇ ਆਰਗੇਨਾਈਜ਼ ਕੀਤਾ ਸੀ, ਕਿੱਥੇ ਆਰਗੇਨਾਈਜ਼ ਹੋਇਆ, ਇਹ ਸਾਰਾ ਥੋੜਾ ਜਿਹਾ ਇਵੈਂਟ ਬਾਰੇ ਪਲੀਜ਼ ਥੋੜਾ ਜਿਹਾ ਬਰੀਫਲੀ ਦੱਸੋ ਸਾਡੀ ਆਡੀਅנס ਨੂੰ। ਬੇਸਿਕਲੀ ਇਹ ਮੇਰਾ 3rd ਪੇਜੈਂਟ ਸੀਗਾ। ਮੈਂ ਹਮੇਸ਼ਾ ਤੋਂ ਪੇਜੈਂਟ ਕਰਨਾ ਚਾਹੁੰਦੀ ਸੀ ਕਿ ਜਦੋਂ ਮਾਡਲਿੰਗ ਦੇ ਵਿੱਚ ਐਂਟਰ ਕੀਤਾ ਹੁੰਦਾ ਨਾ ਕਿ ਯਾਰ ਇਹ ਇੱਕ ਅੱਛਾ ਪਲੇਟਫਾਰਮ ਆ ਕਿ ਤੁਹਾਨੂੰ ਲਿੰਕ ਵੀ ਮਿਲ ਜਾਣਗੇ, ਤੁਸੀਂ ਕਿਸੇ ਪੇਜੈਂਟ 'ਚ ਐਂਟਰ ਕਰਦੇ ਹੋ। ਇਹ ਬਹੁਤ ਅੱਛੀ ਇੱਕ ਮੈਸੇਜ ਵੀ ਆ ਸਾਰੀਆਂ ਕੁੜੀਆਂ ਵਾਸਤੇ ਜੋ ਵੀ ਮਾਡਲਿੰਗ ਕਰਨਾ ਚਾਹੁੰਦੀਆਂ ਕਿ ਜੇ ਤੁਸੀਂ ਪੇਜੈਂਟ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਇੱਕ ਓਪਰਚੁਨਿਟੀ ਮਿਲ ਜਾਂਦੀ ਹੈ। ਇੱਕ ਤਾਂ ਤੁਸੀਂ ਗਰੂਮ ਹੋ ਜਾਂਦੇ ਹੋ, ਤੁਹਾਨੂੰ ਖੜਨਾ ਉੱਠਣਾ ਆ ਜਾਂਦਾ ਆ, ਬੋਲਣਾ ਆ ਜਾਂਦਾ ਆ, ਆਪਣੇ ਆਪ ਨੂੰ ਕਿੱਦਾਂ ਕੈਰੀ ਕਰਨਾ ਆ ਜਾਂਦਾ ਹੈ ਨਾ। ਤਾਂ ਇਹ ਮੇਰਾ 3rd ਪੇਜੈਂਟ ਸੀਗਾ। ਮੈਂ ਹਮੇਸ਼ਾ ਤੋਂ ਚਾਹੁੰਦੀ ਸੀਗੀ ਕਿ ਇੱਕ ਮੇਨ ਟਾਈਟਲ ਹੋਵੇ ਹੈ ਨਾ। ਤੇ ਬਹੁਤ ਸਾਰੇ ਇਹੋ ਜਿਹੇ ਪੇਜੈਂਟਸ ਨੇ, ਹਜ਼ਾਰਾਂ ਪੇਜੈਂਟਸ ਹੁੰਦੇ ਆ, ਬਟ ਉਹ ਇੰਨੇ ਰਿਕੋਗਨਾਈਜ਼ਡ ਨਹੀਂ ਹੈਗੇ। ਇਹ ਪੇਜੈਂਟ ਮਿਸ ਟੌਪ ਮਾਡਲ ਇੰਟਰਨੈਸ਼ਨਲ ਗਾਨਾ ਦੇ ਵਿੱਚ ਹੋਇਆ ਸੀਗਾ। ਆਲਮੋਸਟ 16 ਕੰਟਰੀਜ਼ ਪਾਰਟਿਸਿਪੇਟਿੰਗ ਸੀਗੀਆਂ ਤੇ ਪ੍ਰੀ ਐਲੀਮਿਨਰੀ ਵੋਟਿੰਗ ਦੇ ਵਿੱਚ ਬਹੁਤ ਸਾਰੀਆਂ ਕੰਟਰੀਜ਼ ਇਸ ਕਰਕੇ ਆਊਟ ਹੋ ਗਈਆਂ ਕਿਉਂਕਿ ਉਹਨਾਂ ਨੇ ਆਪਣਾ 100% ਦਿੱਤਾ ਹੀ। ਮੇ ਬੀ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਉਹੀ ਹੈ ਨਾ, ਦੇ ਜੱਜਡ ਅ ਬੁੱਕ ਬਾਏ ਦ ਕਵਰ। ਉਹਨਾਂ ਨੂੰ ਇੱਦਾਂ ਲੱਗਿਆ ਕਿ ਇਹ ਅਫਰੀਕਨ ਲੜਕੀਆਂ ਨੇ, ਮਤਲਬ ਅਫਰੀਕਾ ਦੇ ਵਿੱਚ ਹੋ ਰਿਹਾ ਸੀਗਾ, ਗਾਨਾ ਦੇ ਵਿੱਚ ਹੋ ਰਿਹਾ, ਤਾਂ ਜੋ ਜ਼ਿਆਦਾ ਪਾਰਟਿਸਿਪੈਂਟਸ ਕੁੜੀਆਂ ਸੀਗੀਆਂ ਉਹ ਅਫਰੀਕਾ ਦੀਆਂ ਸੀਗੀਆਂ। ਵੀਜ਼ਾ ਪ੍ਰੋਬਲਮ ਨਹੀਂ ਹੁੰਦੀ ਹੈਗੀ ਜਾਂ ਉੱਥੇ ਦੀਆਂ ਕੁੜੀਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਨਾ, ਤੇ ਉਹ ਪਾਰਟਿਸਿਪੇਟ। ਜੋ ਯੂਰੋਪੀਅਨ ਕੰਟਰੀਜ਼ ਦੀਆਂ ਕੁੜੀਆਂ ਉੱਥੇ ਜਾ ਰਹੀਆਂ ਸੀਗੀਆਂ ਉਹਨਾਂ ਨੇ ਐਫਰਟ ਹੀ ਨਹੀਂ ਕੀਤਾ, ਵੋਟਿੰਗ ਹੀ ਨਹੀਂ ਕਰਵਾਈ। ਉਹਨਾਂ ਨੇ ਪ੍ਰੀ ਐਲੀਮਿਨਰੀ ਵੋਟਿੰਗ ਵਾਸਤੇ ਕਿਹਾ ਗਿਆ ਸੀਗਾ। ਤਾਂ ਸਾਨੂੰ ਜਿੰਨਾ ਕਿ ਮੈਨੂੰ ਆਈਡੀਆ ਹੈ ਕਿ ਵੋਟਿੰਗ ਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਵੋਟਸ ਮਿਲੀਆਂ ਸੀਗੀਆਂ, ਉਹ ਸਾਡਾ ਫਰਸਟ ਸਟੈਪ ਸੀਗਾ। ਤੇ ਆਲਮੋਸਟ ਕਈ ਕੰਟਰੀਜ਼ ਉੱਥੇ ਹੀ ਆਊਟ ਹੋ ਗਈਆਂ। ਮਨਪ੍ਰੀਤ, ਵੋਟਿੰਗ ਦਾ ਕੀ ਪ੍ਰੋਸੈਸ ਹੈ ਇਹਦੇ ਵਿੱਚ? ਵੋਟਿੰਗ ਹੁੰਦੀ ਹੈ, ਇਹ ਤੋਂ ਪਤਾ ਲੱਗਦਾ ਕਿ ਤੁਹਾਡੀ ਪ੍ਰੈਜ਼ੈਂਸ ਕਿੰਨੀ ਕਾ ਹੈ ਨਾ, ਤੁਸੀਂ ਕਿੰਨਾ ਕੁ ਇਨਫਲੂਐਂਸ ਕਰ ਸਕਦੇ ਹੋ, ਤੁਹਾਨੂੰ ਲੋਕ ਕਿੰਨਾ ਕੁ ਰੀਅਲੀ ਐਪਰੀਸ਼ੀਏਟ ਕਰਦੇ ਨੇ। ਇੱਕ ਵੋਟ ਫ੍ਰੀ ਹੁੰਦੀ ਆ, ਤੁਸੀਂ ਆਪਣਾ WhatsApp ਫਾਰਵਰਡ ਕਰੋ ਕਿਸੇ ਨੂੰ ਜਾਂ Facebook ਤੇ ਫਾਰਵਰਡ ਕਰੋ ਜਾਂ Instagram ਮੈਸੇਜ ਦੇ ਵਿੱਚ ਫਾਰਵਰਡ ਕਰੋ। ਯੂ ਜਸਟ ਹੈਵ ਟੂ ਕਲਿੱਕ ਬਟਨ ਤੇ ਉਹ ਵੋਟ ਪੈ ਜਾਂਦੀ ਆ। ਹੁਣ ਇਹ ਤੁਹਾਡਾ ਐਫਰਟ ਆ ਕਿ ਤੁਸੀਂ ਕਿੰਨੇ ਲੋਕਾਂ ਨੂੰ ਇਨਫਲੂਐਂਸ ਕਰ ਸਕਦੇ ਹੋ, ਕਿੰਨੇ ਲੋਕ ਖੁਸ਼ ਹੋ ਕੇ ਤੁਹਾਡੇ ਵਾਸਤੇ ਉਹ ਬਟਨ ਦੱਬ ਦੇਣਗੇ। ਤੇ ਉਹਦਾ ਇੱਕ ਸਪੈਸ਼ਲ ਅਵਾਰਡ ਹੁੰਦਾ ਹੈ ਪੀਪਲਸ ਚੋਇਸ। ਤੇ ਉਹ ਪੇਜੈਂਟ ਦਾ ਫਸਟ ਕ੍ਰਾਈਟੇਰੀਆ ਇਹ ਸੀਗਾ ਉਹਨਾਂ ਦਾ ਕਿ ਜੇ ਤੁਸੀਂ ਆਪਣੀ ਪ੍ਰੀ ਐਲੀਮਿਨਰੀ ਵੋਟਿੰਗ ਕਲੀਅਰ ਕਰਦੇ ਹੋ, ਇਹਦੇ ਤੋਂ ਅਸੀਂ 6 ਲੋਕ ਚੁਣਾਂਗੇ ਜਿਹੜੇ ਕਿ ਫਾਈਨਲਸ ਦੇ ਵਿੱਚ ਜਾਣਗੇ। ਕਿਉਂਕਿ ਗਾਨਾ ਇੱਕ ਬਹੁਤ ਹੀ ਜ਼ਿਆਦਾ ਹਾਈਲੀ ਕਨੈਕਟਡ ਜਗ੍ਹਾ ਨਹੀਂ ਹੈ, ਇਨਫਰਾਸਟ੍ਰਕਚਰ ਲੋ ਆ, ਮਤਲਬ ਇਟ ਇਜ਼ ਅ ਡਿਵੈਲਪਿੰਗ ਕੰਟਰੀ। ਉੱਥੇ ਉਹਨਾਂ ਨੂੰ ਇੰਨਾ ਸੁਵਿਧਾ ਨਹੀਂ ਹੈਗੀ ਉਹਨਾਂ ਕੋਲ ਕਿ ਉਹ ਇੰਨੀਆਂ ਸਾਰੀਆਂ ਕੰਟਰੀਜ਼ ਨੂੰ ਬੁਲਾ ਕੇ ਉੱਥੇ ਉਹਨਾਂ ਨੂੰ ਗਰੂਮ ਕਰ ਸਕਣ ਜਾਂ ਉਹਨਾਂ ਦੀ ਟੇਕ ਕੇਅਰ ਕਰ ਸਕਣ। ਤਾਂ ਉਹਨਾਂ ਨੇ ਇਹ ਸਾਨੂੰ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਦੇਖੋ ਗਾਨਾ ਵਰਗੀ ਜਗ੍ਹਾ ਤੋਂ ਦੇਖੋ ਕਿੰਨਾ ਐਫਰਟ ਲਾ ਰਹੇ ਆ, ਇੰਟਰਨੈਸ਼ਨਲ ਇਹੋ ਜਿਹੇ ਇਵੈਂਟਸ ਆਰਗੇਨਾਈਜ਼ ਕਰ ਰਹੀ ਆ। ਇਹ ਰੀਅਲੀ ਉਹਨਾਂ ਨੂੰ ਐਪਰੀਸ਼ੀਏਸ਼ਨ ਦੇਣੀ ਬਣਦੀ ਆ। ਹਾਂਜੀ, ਤੇ ਪ੍ਰੀ ਐਲੀਮਿਨਰੀ ਦੇ ਵਿੱਚ ਮੇਰੀ ਹਾਈਐਸਟ ਵੋਟਿੰਗ ਸੀਗੀ। ਮੈਨੂੰ ਪੀਪਲਸ ਚੋਇਸ ਦਾ ਸਪੈਸ਼ਲ ਅਵਾਰਡ ਵੀ ਮਿਲਿਆ ਉਹਦੇ ਵਾਸਤੇ। ਉਸ ਤੋਂ ਬਾਅਦ ਮੈਂ ਉੱਥੇ ਪਹੁੰਚੀ, ਸਟਰਗਲ ਵੀ ਰਿਹਾ। ਮਤਲਬ ਜੇ ਮੈਂ ਕਹਾਂ ਕਿ ਮੈਨੂੰ ਕੰਪੀਟੀਸ਼ਨ ਦੀ ਕੋਈ ਨਰਵਸਨੈਸ ਸੀਗੀ ਤਾਂ ਉਹਦੇ ਤੋਂ ਜ਼ਿਆਦਾ ਮੈਂ ਫਲਾਈਟਸ ਜਿਹੜੀਆਂ ਲੈ ਰਹੀ ਸੀ 24 ਆਵਰਸ ਟਰੈਵਲਿੰਗ, ਫਲਾਈਟ ਲੇਟ ਹੋ ਗਈ, ਫਿਰ ਲਗੇਜ ਲਾਸਟ ਹੋ ਗਿਆ, ਉਹ ਸਾਰਾ ਕੁਝ ਜ਼ਿਆਦਾ ਸਟ੍ਰੈਸਫੁਲ ਸੀਗਾ ਰੈਦਰ ਦੈਨ ਪੇਜੈਂਟ ਕਰਨਾ। ਤੇ ਮੈਂ ਆਪਣਾ 100% ਦਿੱਤਾ। ਮੈਂ ਇਸ ਵਾਰ ਬਹੁਤ ਜ਼ਿਆਦਾ ਕਹਿੰਦੇ ਨਾ ਵੀ ਡਿਟਰਮਿਨਡ ਸੀਗੀ ਇਸ ਚੀਜ਼ ਵਾਸਤੇ ਕਿ ਯਾਰ ਇਹ ਮੇਰਾ ਲਾਸਟ ਚਾਂਸ ਹੈ ਨਾ, ਕਿ ਇਸ ਤੋਂ ਬਾਅਦ ਸ਼ਾਇਦ ਮੈਨੂੰ ਮੌਕਾ ਨਹੀਂ ਮਿਲੇਗਾ ਕਿ ਮੈਂ ਦੁਬਾਰਾ ਕੋਈ ਪੇਜੈਂਟ ਕਰ ਸਕਾਂ, ਕਿਉਂਕਿ ਮੇਰਾ 3rd ਪੇਜੈਂਟ ਸੀਗਾ। ਜਿੱਤੇ ਮੈਂ ਪਹਿਲਾਂ ਵੀ ਹੈ, ਫਸਟ ਪੇਜੈਂਟ ਦੇ ਵਿੱਚ ਫਸਟ ਰਨਰ ਅਪ ਸੀ, ਸੈਕੰਡ ਪੇਜੈਂਟ ਦੇ ਵਿੱਚ ਬ੍ਰਾਂਡ ਐਂਬੈਸਡਰ ਸੀ, ਬਟ ਇੱਕ ਹੁੰਦਾ ਨਾ ਕਿ ਮੇਨ ਕਰਾਊਨ ਜਿੱਤਣਾ ਆ, ਉਹਦੇ ਵਾਸਤੇ 8 ਸਾਲ ਦੀ ਮਿਹਨਤ ਲੱਗੀ। ਤੇ ਇੰਨੇ ਸਾਲਾਂ ਬਾਅਦ ਵੀ ਜੇ ਤੁਸੀਂ ਨਾ ਕਰ ਪਾਓ ਫਿਰ ਤੁਸੀਂ ਨਿਰਾਸ਼ ਹੋ ਜਾਂਦੇ ਹੋ, ਤੇ ਮੈਨੂੰ ਉਹ ਨਿਰਾਸ਼ਾ ਨਹੀਂ ਚਾਹੀਦੀ ਸੀ, ਇਸ ਕਰਕੇ ਆਈ ਗॉट ਦ ਕਰਾਊਨ। Is it like a dream come true to you ਕਿ ਤੁਸੀਂ ਕੁਝ ਇਹਦੇ ਲਈ ਮੈਨੀਫੈਸਟੇਸ਼ਨ ਵੀ ਕਰਦੇ ਰਹੇ ਹੋ? ਇਹ ਗੱਲ ਤੁਸੀਂ ਮੇਰੀ ਮੰਮੀ ਤੋਂ ਪੁੱਛੋ, ਬਿਕੋਜ਼ ਮੈਨੂੰ ਇਦਾਂ ਲੱਗਦਾ ਕਿ ਮੇਰੇ ਤੋਂ ਜ਼ਿਆਦਾ ਉਹਨਾਂ ਨੂੰ
ਸੀਗਾ ਕਿ ਯਾਰ ਇੱਕ ਮੇਨ ਕਰਾਊਨ ਹੋਣਾ ਚਾਹੀਦਾ ਮੇਰੀ ਕੁੜੀ ਦੇ ਕੋਲ, ਸ਼ੀ ਡਿਜ਼ਰਵਸ ਇਟ। ਮੈਨੂੰ ਇਦਾਂ ਲੱਗਦਾ ਹੈ ਕਿ ਇਟ ਵਾਸ ਮੋਰ ਆਫ ਅ ਡ੍ਰੀਮ ਕਮ ਟਰੂ ਫॉर ਹਰ ਰੈਦਰ ਦੈਨ ਮੀ। ਹਾਂਜੀ ਮਨਪ੍ਰੀਤ, ਹੁਣ ਜਿਹੜਾ ਮਿਸ ਇੰਟਰਨੈਸ਼ਨਲ ਟੌਪ ਮਾਡਲ ਦਾ ਖਿਤਾਬ ਤੁਸੀਂ ਜਿੱਤਿਆ, ਇਹਦੇ ਵਿਨਿੰਗ ਪ੍ਰੋਸੈਸ ਬਾਰੇ ਕੁਝ ਦੱਸੋ ਸਾਡੀ ਆਡੀਅנס ਨੂੰ, ਤੇ ਜਿੱਤ ਕੇ ਕਿਵੇਂ ਲੱਗਿਆ ਜਿਵੇਂ ਜਦੋਂ ਤੁਹਾਡਾ ਨਾਮ ਅਨਾਉਂਸ ਹੋਇਆ ਸਟੇਜ 'ਤੇ? ਮੇਰੀ ਫੀਲਿੰਗ ਬਹੁਤ ਹੀ ਓਵਰਵੈਲਮਿੰਗ ਸੀਗੀ ਉਸ ਟਾਈਮ ਤੇ। ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀਗਾ ਕਿ ਮੈਂ ਹੱਸਾਂ ਕਿ ਰੋਵਾਂ। ਜਦੋਂ ਮੇਰੀ ਕਰਾਊਨਿੰਗ ਹੋਈ ਆ, ਲਿਟਰਲੀ ਇੱਕ ਪਾਸੇ ਮੈਂ ਰੋ ਰਹੀ ਸੀਗੀ, ਇੱਕ ਪਾਸੇ ਜਦੋਂ ਕਰਾਊਨ ਰੱਖਣ ਵਾਸਤੇ ਆਏ ਮੇਰਾ ਉਹਨੂੰ ਐਕਸ਼ਨ ਸੀਗਾ ਕਿ ਰੁਕ ਜਾ, ਹੈ ਨਾ, ਕਿ ਠਹਿਰ ਜਾ, ਮੈਨੂੰ ਡਾਈਜੈਸਟ ਕਰ ਲੈਣ ਦੇ ਕਿ ਹਾਂ ਮੇਰਾ ਨਾਮ ਅਨਾਉਂਸ ਹੋਇਆ ਹੈ ਨਾ ਸਹੀ 'ਚ। ਮੈਨੂੰ 1 ਮਿੰਟ ਇਸ ਪ੍ਰੋਸੈਸ ਦੇ ਵਿੱਚ ਲੱਗ ਗਿਆ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਿਠਾ ਕੇ ਮੇਰੀ ਕਰਾਊਨਿੰਗ ਹੋਈ। ਜਦੋਂ ਕਰਾਊਨ ਇੱਕਦਮ ਸੈੱਟ ਹੋ ਗਿਆ ਸਿਰ ਦੇ ਉੱਤੇ ਨਾ, ਫਿਰ ਚੈਨ ਜਿਹਾ ਆਇਆ ਵੀ ਹਾਂ ਚਲੋ ਠੀਕ ਆ। ਫਿਰ ਮੈਂ ਸ਼ਾਇਦ ਸਮਾਈਲ ਕੀਤਾ, ਨਹੀਂ ਤਾਂ ਉਹ ਉਸ ਤੋਂ ਜਿਹੜੀਆਂ ਕਰਾਊਨਿੰਗ ਦੀਆਂ ਮੇਰੀਆਂ ਪਿਕਚਰਸ ਉਹਨਾਂ ਵਿੱਚ ਮੇਰਾ ਮੂੰਹ ਬਣਿਆ ਹੋਇਆ ਕਿ ਜਿੱਦਾਂ ਮੈਨੂੰ ਕਿਸੇ ਨੇ ਮਾਰਿਆ ਹੁੰਦਾ, ਇੱਦਾਂ ਮੈਂ ਰੋ ਰਹੀ ਹਾਂ। ਉਹਨੂੰ ਖੁਸ਼ੀ ਨਾਲ ਕਹਿ ਲਓ, ਜਿੱਦਾਂ ਐਕਸਾਈਟਮੈਂਟ ਨਾਲ ਕਹਿ ਲਓ, ਜਾਂ ਕੋਈ ਤੁਹਾਡਾ ਸੁਪਨਾ ਬਹੁਤ ਵੱਡਾ ਸੱਚ ਹੋ ਜਾਂਦਾ ਆ ਜਦੋਂ ਤੁਸੀਂ ਓਵਰ ਐਕਸਾਈਟਿਡ ਹੋ ਜਾਂਦੇ ਹੋ, ਤੁਸੀਂ ਰੋ ਪੈਂਦੇ ਹੋ, ਹੈ ਨਾ। ਅਤੇ ਇੱਦਾਂ ਦਾ ਸੀਗਾ। ਅਤੇ ਪ੍ਰੋਸੈਸ ਇਹ ਸੀਗੀ ਕਿ ਪਹਿਲਾਂ ਸਾਡੀ ਇੰਟਰੋਡਕਸ਼ਨ ਰਾਊਂਡ ਸੀਗਾ, ਜਿਹਦੇ ਵਿੱਚ ਫਸਟ ਤੁਹਾਡੀ ਵਾਕ ਹੁੰਦੀ ਆ, ਵੈਰੀ ਇੰਪੋਰਟੈਂਟ। ਉਹਨਾਂ ਨੇ ਤੁਹਾਡੀ ਪੇਜੈਂਟ ਵਾਕ ਤੇ ਕੈਟ ਵਾਕ ਬਹੁਤ ਡਿਫਰੈਂਟ ਹੁੰਦੇ ਆ। ਇਹ ਵੀ ਮੈਂ ਤੁਹਾਡੀ ਆਡੀਅנס ਨੂੰ ਦੱਸ ਦਿੰਦੀ ਹਾਂ ਕਿ ਪੇਜੈਂਟ ਵਾਕ ਇਜ਼ ਵੈਰੀ ਡਿਫਰੈਂਟ ਫਰੋਮ ਕੈਟ ਵਾਕ। ਪੇਜੈਂਟ ਵਾਕ ਬਹੁਤ ਗ੍ਰੇਸਫੁਲ ਸਲੋ ਵਾਕ ਹੁੰਦੀ ਆ, ਅਤੇ ਉਹਦੇ ਤੋਂ ਤੁਹਾਡੀ ਗ੍ਰੇਸ, ਤੁਹਾਡਾ ਤੁਰਨ ਦਾ ਤਰੀਕਾ, ਜਾਂ ਤੁਹਾਡੀਆਂ ਚੀਜ਼ਾਂ ਜੋ ਕਹਿੰਦੇ ਨੇ ਵੀ ਆਊਟਰ ਬਿਊਟੀ ਨੂੰ ਜੱਜ ਕੀਤਾ ਜਾਂਦਾ ਆ ਪਹਿਲਾਂ ਤਾਂ। ਫਿਰ ਉਸ ਤੋਂ ਬਾਅਦ ਸੈਕਿੰਡ ਰਾਊਂਡ ਸੀਗਾ ਸਾਡਾ ਕਾਸਟਿਊਮ ਦਾ, ਜਿਹਦੇ ਵਿੱਚ ਤੁਸੀਂ ਆਪਣੀ ਕੰਟਰੀ ਨੂੰ ਜੋ ਵੀ ਰਿਪਰੈਜ਼ੈਂਟ ਕਰ ਰਹੇ ਹੋ, ਤੁਸੀਂ ਆਪਣਾ ਕੋਈ ਟ੍ਰੈਡੀਸ਼ਨਲ ਕਾਸਟਿਊਮ ਪਾਉਣਾ ਹੁੰਦਾ ਹੈ, ਰਿਪਰੈਜ਼ੈਂਟਿੰਗ ਯੋਰ ਕੰਟਰੀ। ਆਪਣੇ ਟ੍ਰੈਡੀਸ਼ਨਲ ਮਿਊਜ਼ਿਕ ਦੇ ਉੱਤੇ ਤੁਸੀਂ ਕੁਝ ਵਾਕ ਕਰਨਾ ਹੁੰਦਾ ਹੈ ਜਾਂ ਕੁਝ ਕਰਨਾ ਹੁੰਦਾ। ਐਂਡ ਦੈਨ ਉਸ ਤੋਂ ਬਾਅਦ ਸਪੀਚ ਹੁੰਦੀ ਹੈ ਜੋ ਕਿ ਤੁਹਾਡੀ ਕੰਟਰੀ ਨਾਲ ਰਿਲੇਟਡ ਹੁੰਦੀ ਆ। ਉਹ ਤੁਸੀਂ ਆਪਣੀ ਕੰਟਰੀ ਬਾਰੇ ਲੋਕਾਂ ਨੂੰ ਦੱਸਣਾ ਹੁੰਦਾ ਹੈ ਕਿ ਤੁਸੀਂ ਆਪਣੀ ਕੰਟਰੀ ਬਾਰੇ ਕੀ ਫੀਲ ਕਰਦੇ ਹੋ, ਜਾਂ ਤੁਹਾਨੂੰ ਇੱਥੇ ਖੜੇ ਹੋ ਕੇ ਕਿੱਦਾਂ ਦਾ ਫੀਲ ਹੋ ਰਿਹਾ ਹੈ ਨਾ। ਉਹ ਇੰਡੀਆ ਦਾ ਸੈਸ਼ ਪਾ ਕੇ ਤੁਰਨਾ ਹੀ ਆਪਣੇ ਆਪ ਦੇ ਵਿੱਚ ਇੱਕ ਅਲੱਗ ਫੀਲਿੰਗ ਹੁੰਦੀ ਹੈ। ਫਿਰ ਉਸ ਤੋਂ ਉੱਤੇ ਕਿ ਤੁਸੀਂ ਇੱਕ ਇੰਡੀਅਨ ਕਾਸਟਿਊਮ ਪਾਇਆ ਹੋਇਆ ਹੈ, ਫਿਰ ਇੰਡੀਆ ਦਾ ਸੈਸ਼ ਪਾ ਕੇ ਤੁਸੀਂ ਆਪਣੀ ਕੰਟਰੀ ਬਾਰੇ ਬੋਲਣਾ ਹੁੰਦਾ ਹੈ। ਉਸ ਤੋਂ ਬਾਅਦ ਫਿਰ ਤੋਂ ਹੁੰਦਾ ਆ ਸਵਿਮਵੇਅਰ ਵੀ ਹੁੰਦਾ ਆ ਰਾਊਂਡ, ਠੀਕ ਹੈ। ਅਤੇ ਉਸ ਤੋਂ ਬਾਅਦ ਲਾਸਟ ਰਾਊਂਡ ਹੁੰਦਾ ਆ ਤੁਹਾਡਾ ਫਿਨਾਲੇ, ਗ੍ਰੈਂਡ ਫਿਨਾਲੇ, ਜਿਹਦੇ ਵਿੱਚ ਤੁਸੀਂ ਫਿਰ ਤੋਂ ਇੱਕ ਡਿਫਰੈਂਟ ਗਾਊਨ ਪਾਉਂਦੇ ਹੋ। ਮੋਸਟ ਆਫ ਦਾ ਟਾਈਮਸ ਇਟਸ ਗੋਲਡਨ ਔਰ ਜਾਂ ਸਿਲਵਰ ਗਾਊਨਸ ਹੁੰਦੇ ਨੇ। ਉਹ ਪਾ ਕੇ ਤੁਸੀਂ ਰੈਡੀ ਹੋ ਜਾਣਾ। ਉਹਦੇ ਵਿੱਚ ਤੁਹਾਡੀ ਕੁਐਸਚਨ ਆਨਸਰ ਹੁੰਦੀ ਆ, ਆਊਟਰ ਬਿਊਟੀ, ਤੁਹਾਡੀਆਂ ਥਾਟਸ ਪਹਿਲਾਂ ਉਹ ਚੈੱਕ ਕਰ ਲੈਂਦੇ ਨੇ। ਥਾਟਸ ਤੁਹਾਡੀਆਂ ਜਦੋਂ ਪਤਾ ਲੱਗ ਜਾਂਦੀਆਂ ਜਦੋਂ ਤੁਸੀਂ ਆਪਣੀ ਕੰਟਰੀ ਬਾਰੇ ਬੋਲਦੇ ਹੋ, ਠੀਕ ਹੈ। ਤੁਹਾਡੀ ਵਾਕ ਦੇਖ ਲਈ, ਤੁਹਾਡੀ ਸਮਾਈਲ ਦੇਖ ਲਈ, ਤੁਹਾਡੀ ਆਊਟਰ ਬਿਊਟੀ ਪਤਾ। ਹੁਣ ਤੁਹਾਡਾ ਬ੍ਰੇਨ ਟੈਸਟ ਹੋਊਗਾ। ਫਿਰ ਉਹਦੇ ਤੋਂ ਕੁਐਸਚਨਸ ਪੁੱਛਦੇ ਆ ਜਿਹਦੇ ਵਿੱਚ ਕਿ ਦੇ ਟਰਾਈ ਟੂ ਯੂਜ਼ ਵਰਡਸ ਜਿਹੜੇ ਕਿ ਸ਼ਾਇਦ ਨੋਰਮਲ ਬੰਦਾ ਨਹੀਂ ਸੋਚਦਾ ਹੈਗਾ, ਅਤੇ ਤੁਹਾਡੇ ਤੋਂ ਅੱਛੇ ਆਨਸਰਸ ਦੀ ਐਕਸਪੈਕਟੇਸ਼ਨ ਹੁੰਦੀ ਓਬਵੀਅਸਲੀ ਜਦੋਂ ਕੋਈ ਕੁਐਸਚਨ ਕਰਦਾ ਹੈ ਆਪਾਂ ਨੂੰ, ਹੈ ਨਾ। ਅਤੇ ਤੁਹਾਨੂੰ ਇੱਦਾਂ ਦੇ ਆਨਸਰਸ ਦੇਣੇ ਹੁੰਦੇ ਆ ਕਿ ਤੁਸੀਂ ਸਟੈਂਡ ਆਊਟ ਕਰ ਸਕੋ, ਹੈ ਨਾ। ਬਹੁਤ ਕਰਾਊਡ ਹੁੰਦਾ ਹੈ ਉੱਥੇ ਤੁਹਾਨੂੰ ਜੱਜ ਕਰਨ ਵਾਲਾ, ਹੈ ਨਾ। ਅਤੇ ਓਬਵੀਅਸਲੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਆ, ਅਤੇ ਬਹੁਤ ਜ਼ਿਆਦਾ ਐਕਸਪੋਜਰ ਹੋ ਜਾਂਦਾ ਹੈ ਨਾ। ਤੁਹਾਡਾ ਆਨਸਰ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਹਰਟ ਵੀ ਨਾ ਕਰੇ ਅਤੇ ਇੱਕ ਛਾਪ ਵੀ ਛੱਡ ਕੇ ਜਾਵੇ। ਤਾਂ ਉਹ ਆਨਸਰ ਦੇ ਤੌਰ 'ਤੇ ਤੁਹਾਡੀ ਜੱਜਮੈਂਟ ਹੋ ਜਾਂਦੀ ਆ। ਅਤੇ ਉਸ ਤੋਂ ਬਾਅਦ ਦੇ ਜਿਹੜੇ 15 ਮਿੰਟ ਹੁੰਦੇ ਆ ਜਦੋਂ ਮਾਰਕਸ ਲੱਗਦੇ ਆ, ਉਦੋਂ ਬਹੁਤ ਔਖਾ ਹੁੰਦਾ ਹੈ। ਉਦੋਂ ਦਿਲ ਦੀ ਧੜਕਨ ਕਦੇ ਵੱਧ ਜਾਂਦੀ ਹੈ, ਕਦੇ ਘੱਟ ਜਾਂਦੀ ਹੈ, ਕਦੇ BP ਹਾਈ, ਕਦੇ ਲੋ। ਅਤੇ ਸਾਡਾ ਜਿਹੜਾ ਹੋਸਟ ਸੀਗਾ ਉਹ ਵੀ ਬਹੁਤ ਫਨੀ ਸੀਗਾ ਲੜਕਾ, ਅਤੇ ਉਹਨੇ ਮਤਲਬ ਕਿ ਇੱਕ ਸਾਊਂਡ ਰੱਖਿਆ ਹੋਇਆ ਸੀਗਾ ਬਹੁਤ ਹੀ ਜਿੱਦਾਂ ਢੋਲ ਨਹੀਂ ਵੱਜਦਾ ਹੁੰਦਾ ਹੈਗਾ ਅਫਰੀਕਨ ਸਟਾਈਲ ਦਾ ਇੱਦਾਂ, ਅਤੇ ਉਹ ਬੋਲਦਾ ਹੁੰਦਾ ਸੀਗਾ ਸੋ ਦਾ ਵਿਨਰ ਇਜ਼, ਫਿਰ ਉਹ ਢੋਲ ਵੱਜਦਾ ਸੀਗਾ। ਮਤਲਬ ਉਹ 2-3 ਮਿੰਟ ਜਿਹੜਾ ਉਹਨੇ ਮੈਨੂੰ ਇਹਦਾ ਸਸਪੈਂਸ 'ਚ ਰੱਖਿਆ ਨਾ ਕਿ ਕੌਣ ਹੈ ਵਿਨਰ, ਕੌਣ ਹੈ ਵਿਨਰ। ਅਤੇ ਉਹਦੇ ਵਿੱਚ ਮੈਨੂੰ ਉਹ ਢੋਲ ਦੀ ਆਵਾਜ਼ ਵੀ ਇਰੀਟੇਟ ਕਰਨ ਲੱਗੀ ਵੀ ਚੁੱਪ ਕਰਾ ਦਿਓ ਇਹਨੂੰ, ਹੁਣ ਤੂੰ ਮੈਨੂੰ ਦੱਸ ਦੇ ਨਾ। ਅਤੇ ਜਦੋਂ ਮੇਰੀ ਕਰਾਊਨਿੰਗ ਹੋਈ ਮੈਂ ਤਾਂ ਬਸ ਰੋ ਕੇ ਬੁਰਾ ਹਾਲ ਕਰ ਲਿਆ। ਫਿਰ 2-3 ਮਿੰਟ ਤੋਂ ਬਾਅਦ ਓਕੇ ਹੋ ਗਈ ਸੀ, ਠੀਕ ਸੀਗਾ। ਅਤੇ ਬਹੁਤ ਹੀ ਖਾਸ ਕਹਿੰਦੇ ਨਾ ਮੂਮੈਂਟ ਸੀਗਾ ਮੇਰੀ ਜ਼ਿੰਦਗੀ ਦਾ, ਵਨ ਆਫ ਦਾ ਬੈਸਟ ਮੂਮੈਂਟਸ ਦੇ ਵਿੱਚ ਮੈਂ ਕਾਊਂਟ ਕਰੂੰਗੀ। ਅੱਛਾ ਮਨਪ੍ਰੀਤ, ਇਸ ਤੋਂ ਇਲਾਵਾ ਲਾਈਫ ਦੀ ਜਿਹੜੀ ਜਰਨੀ ਬਾਰੇ ਜਾਂ ਕੁਛ ਜਿਹੜਾ ਤੁਹਾਡੇ ਕਰੀਅਰ ਦੇ ਜਿਹੜੇ 8-9 ਸਾਲ ਹੈਗੇ ਆ, ਇਹਦੇ ਵਿੱਚ ਕੁਛ ਬਹੁਤ ਅੱਛੀਆਂ ਯਾਦਾਂ ਹੁੰਦੀਆਂ, ਬੜੀਆਂ ਬੰਦੇ ਦੀਆਂ ਗੋਲਡਨ ਮੈਮਰੀਜ਼ ਹੁੰਦੀਆਂ, ਕੁਛ ਇੱਦਾਂ ਦਾ ਤੁਸੀਂ ਕਿੱਸਾ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਕਿ ਜਿਹਨੇ ਜਾਂ ਕੋਈ ਟਰਨਿੰਗ ਪੁਆਇੰਟ ਹੋਵੇ ਤੁਹਾਡੀ ਲਾਈਫ ਦਾ, ਜਾਂ ਬਹੁਤ ਹੀ ਕੋਈ ਅਨਫੋਰਗੇਟੇਬਲ ਮੂਮੈਂਟ ਹੋਵੇ?
ਦੇਖੋ ਪਹਿਲਾਂ ਤਾਂ ਹਰ ਦਿਨ ਜਿਹੜਾ ਹੁੰਦਾ ਹੈ ਨਾ, ਜਿਹੜਾ ਮੈਂ ਉੱਠ ਕੇ ਜਾਣਾ ਹੁੰਦਾ ਆ, ਮੈਨੂੰ ਇਹ ਨਹੀਂ ਪਤਾ ਹੁੰਦਾ ਅੱਜ ਮੇਰੇ ਕਿੱਦਾਂ ਦਾ ਮੇਕਅਪ ਹੋਊਗਾ, ਮੈਨੂੰ ਇਹ ਨਹੀਂ ਪਤਾ ਹੁੰਦਾ ਹੈਗਾ ਕਿ ਮੈਂ ਕਿੱਦਾਂ ਦੀ ਲੱਗੂੰਗੀ, ਮੈਂ ਸੋਹਣੀ ਲੱਗੂੰਗੀ, ਮੈਨੂੰ ਚਲਾਕ ਜੀ ਬਣਾ ਦੇਣਗੇ ਕਿ ਕਿਊਟ ਜੀ ਬਣਾ ਦੇਣਗੇ, ਹੈ ਨਾ, ਕਿੱਦਾਂ ਦੇ ਕੱਪੜੇ ਪਾ ਦੇਣਗੇ। ਤਾਂ ਉਹ ਇੱਕ ਜਿਹੜੀ ਪ੍ਰੋਸੈਸ ਹੁੰਦੀ ਆ, ਉਹ ਰੋਜ਼ ਇੱਕ ਨਵੀਂ ਐਕਸਾਈਟਮੈਂਟ ਲੈ ਕੇ ਆਉਂਦੀ ਆ ਮੇਰੀ ਲਾਈਫ ਦੇ ਵਿੱਚ ਕਿ ਹਾਂ ਅੱਜ ਮੈਨੂੰ ਇਹ ਪਾਉਣ ਦਾ ਮੌਕਾ ਮਿਲ ਰਿਹਾ ਆ, ਜਾਂ ਸ਼ਾਇਦ ਇਹ ਚੀਜ਼ਾਂ ਮਤਲਬ ਇੱਕ ਨਾਰਮਲ ਲੜਕੀ ਕਦੇ ਲਾਈਫ ਦੇ ਵਿੱਚ ਪਾਉਣ ਦਾ ਨਹੀਂ ਸੋਚੂਗੀ, ਇੰਨੇ ਸਾਰੇ ਗੈਟਅਪਸ, ਇੰਨੇ ਸਾਰੇ ਐਕਸਪੈਰੀਮੈਂਟ ਨਹੀਂ ਹੁੰਦੇ। ਤਾਂ ਐਵਰੀ ਡੇ ਇਜ਼ ਅ ਨਿਊ ਐਕਸਾਈਟਮੈਂਟ। ਬਟ ਜਦੋਂ ਤੁਸੀਂ ਕਹਿੰਦੇ ਹੋ ਕਿ ਟਰਨਿੰਗ ਪੁਆਇੰਟ ਮੇਰੀ ਲਾਈਫ ਦਾ, ਟਰਨਿੰਗ ਪੁਆਇੰਟ, ਪਹਿਲਾ ਟਰਨਿੰਗ ਪੁਆਇੰਟ ਸੀਗਾ ਕਿ ਜਦੋਂ ਮੈਨੂੰ ਇੱਕ ਮੈਸੇਜ ਆਇਆ, ਸਰ ਦਾ ਨਾਮ ਲੈ ਦਿੰਦੀ ਹਾਂ ਮੈਂ ਇੱਥੇ, ਬਿਲਕੁਲ ਬਿਲਕੁਲ, ਹੈ ਨਾ, ਲੁਧਿਆਣੇ ਦੇ ਬਹੁਤ ਹੀ ਪੁਰਾਣੇ ਜਾਣੇ ਮਾਨੇ ਫੋਟੋਗ੍ਰਾਫਰ ਹੈ ਟੋਨੀ ਫਲੋਰਾ। ਉਹਨਾਂ ਨੇ, ਮੈਨੂੰ ਨਹੀਂ ਪਤਾ ਕਿ ਕਿੱਥੇ ਕਿੱਦਾਂ ਮੇਰੀ ਪ੍ਰੋਫਾਈਲ ਦੇਖੀ, ਤੇ ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀਗਾ ਪ੍ਰਿੰਟ ਐਡਸ ਕਰਨ ਵਾਸਤੇ, ਜੋ ਕਿ ਵੈਰੀ ਕਾਮਨ ਆਪਣੇ ਲੁਧਿਆਣੇ ਦੇ ਵਿੱਚ ਸ਼ੂਟਸ ਹੁੰਦੇ ਨੇ ਕਾਰਡੀਗਨਸ ਵਾਸਤੇ, ਜਾਂ ਜ਼ਿਆਦਾ ਬਣਦੇ ਆ ਜੋ ਚੀਜ਼ਾਂ ਇੱਥੇ ਵੁਲਨਸ ਬਣਦੇ ਆ, ਜਾਂ ਟਰੈਕ ਪੈਂਟਸ ਜਾਂ ਇਹੋ ਜਿਹੀ ਚੀਜ਼ਾਂ ਬਣਦੀਆਂ ਨੇ। ਤੇ ਉਹਦੇ ਵਾਸਤੇ ਮੈਨੂੰ ਅਪਰੋਚ ਕੀਤਾ। ਉਹ ਇੱਕ ਮੇਰਾ ਟਰਨਿੰਗ ਪੁਆਇੰਟ ਸੀਗਾ, ਜਿਹਦੇ ਤੋਂ ਕਿ ਮੈਨੂੰ ਇੱਕ ਪ੍ਰੋਫੈਸ਼ਨਲ ਮਾਡਲ ਹੋਣ ਦਾ ਰਿਕੋਗਨਾਈਜੇਸ਼ਨ ਮਿਲ ਗਿਆ ਕਿ ਹਾਂ ਇਹ ਲੜਕੀ ਪ੍ਰੋਫੈਸ਼ਨਲੀ ਕੰਮ ਕਰ ਰਹੀ ਹੈ, ਨਾਟ ਕਿ ਇੱਦਾਂ ਹੀ ਉਹ 4 ਫੋਟੋਆਂ ਅਪਲੋਡ ਕਰਕੇ ਇੰਟਰਨੈਟ ਦੇ ਉੱਤੇ ਮਾਡਲ ਨਹੀਂ ਬਣੀ, ਪ੍ਰੋਫੈਸ਼ਨਲ ਕੰਮ ਕਰ ਰਹੀ ਹੈ। ਉਸ ਤੋਂ ਬਾਅਦ ਇੱਕ ਬਹੁਤ ਮੇਜਰ ਟਰਨਿੰਗ ਪੁਆਇੰਟ ਸੀਗਾ ਜਿਹਨੇ ਮੈਨੂੰ ਪੇਜੈਂਟਸ ਦੇ ਵਿੱਚ ਐਂਟਰੀ ਦਿਲਵਾਈ। ਮੈਂ ਬੈਂਗਲੌਰ ਗਈ ਸੀ ਇੱਕ ਸ਼ੂਟ ਵਾਸਤੇ, ਜਿਹਦੇ ਕਰਕੇ ਮੈਂ 3-4 ਦਿਨ ਆਲਮੋਸਟ ਬੈਂਗਲੌਰ ਦੇ ਵਿੱਚ ਸੀਗੀ, ਤੇ ਮੇਰੀ ਉੱਥੇ ਇੱਕ ਫਰੈਂਡ ਸੀ, ਮੈਂ ਉਹਦੇ ਨਾਲ ਰੁਕੀ ਹੋਈ ਸੀਗੀ। ਤੇ ਇੱਕ ਕੋਆਰਡੀਨੇਟਰ ਦਾ ਮੈਨੂੰ ਮੈਸੇਜ ਆਇਆ ਕਿ ਉਹਨੇ ਕਿਹਾ ਯਾਰ ਤੇਰੀ ਹਾਈਟ ਕਿਤਨੀ है, मैंने कहा 5.6, तू पतली भी है, न्यू भी है और पंजाब से है, हमें ना पंजाब से एंट्री चाहिए, तू फेमिना मिस इंडिया का फॉर्म भर दे। मज़े ਦੇ ਵਿੱਚ, ਮਜ਼ਾਕ ਦੇ ਵਿੱਚ ਮੈਂ ਉਹ ਫਾਰਮ ਭਰ ਦਿੱਤਾ, ਔਰ ਮੈਂ ਭਰ ਦਿੱਤਾ ਬੈਂਗਲੌਰ ਤੋਂ ਭਰ ਦਿੱਤਾ, ਤੇ ਆਪਾਂ ਪੰਜਾਬ ਵਾਪਸ ਆ ਗਏ। ਪਤਾ ਸਤਾ ਕੁਝ ਹੈ ਨਹੀਂਗਾ ਕਿ ਕੀ ਹੁੰਦਾ ਹੈ ਪੇਜੈਂਟ ਦੇ ਵਿੱਚ, ਕਿੱਦਾਂ ਕਰਨਾ। ਹਾਂ ਫੈਮਿਨਾ ਆਉਂਦੀ ਸੀਗੀ ਘਰ ਦੇ ਵਿੱਚ, ਉਦੋਂ ਫੈਮਿਨਾ ਮਿਸ ਇੰਡੀਆ ਹੁੰਦਾ ਸੀਗਾ, ਹੈ ਨਾ। ਹੁਣ ਤੇ ਨਾਮ ਕਈ ਚੇਂਜ ਹੋ ਗਏ, ਸਪਾਂਸਰ ਚੇਂਜ ਹੋ ਗਏ, ਬਟ ਉਸ ਟਾਈਮ ਫੈਮਿਨਾ ਮਿਸ ਇੰਡੀਆ ਹੁੰਦਾ। ਤੋ ਦੇਖਿਆ ਸੀਗਾ ਕੀ ਹੁੰਦਾ ਹੈ, ਬਟ ਇੱਕ ਦੇਖਣਾ ਪੜ੍ਹਨਾ ਇੱਕ ਅਲੱਗ ਚੀਜ਼ ਹੁੰਦੀ ਹੈ, ਐਕਸਪੀਰੀਅੰਸ ਕਰਨਾ। ਫਿਰ ਥੋੜ੍ਹੇ ਦਿਨਾਂ ਬਾਅਦ ਮੈਨੂੰ ਮੈਸੇਜ ਆ ਗਿਆ, ਈਮੇਲ ਆਈ ਕਿ ਜੀ ਤੁਹਾਡੀ ਸਿਲੈਕਸ਼ਨ ਹੋ ਗਈ ਆ, ਤੁਸੀਂ ਆਉਣਾ ਹੈ, ਬੈਂਗਲੌਰ ਆਉਣਾ। ਜਿਵੇਂ ਤਿਵੇਂ ਕਰਕੇ, ਉਸ ਟਾਈਮ ਇੰਨੇ ਫੰਡਸ ਵੀ ਨਹੀਂ ਹੁੰਦੇ ਸੀਗੇ। ਹੁਣ ਤੁਸੀਂ ਇਹਨਾਂ ਚੀਜ਼ਾਂ ਵਾਸਤੇ ਘਰਦਿਆਂ ਤੋਂ ਤਾਂ ਪੈਸੇ ਮੰਗੋਗੇ ਨਹੀਂ ਕਿ ਹਾਂਜੀ ਮੈਂ ਜਾਣਾ ਹੈ ਨਾ। ਤੇ ਔਰ ਕਮਾ ਵੀ ਰਹੀ ਸੀ ਉਸ ਟਾਈਮ, ਜਿੱਦਾਂ ਜਿੱਦਾਂ ਕਰਕੇ ਆਪਣਾ ਬੈਂਗਲੌਰ ਚਲੀ ਗਈ। ਤੇ ਉਹਨਾਂ ਨੇ ਕਿਹਾ ਕਿ 6 ਮਹੀਨੇ ਰੁਕਣਾ ਪਏਗਾ ਇੱਥੇ, ਤੁਹਾਡੀ ਟ੍ਰੇਨਿੰਗ ਹੋਏਗੀ। ਉਸ ਚੱਕਰ ਦੇ ਵਿੱਚ ਇੱਕ ਛੋਟਾ ਜਿਹਾ ਘਰ ਰੈਂਟ 'ਤੇ ਲੈ ਲਿਆ ਤੇ ਟਰਾਈ ਕੀਤਾ। ਬਟ ਉਹ ਜਦੋਂ ਪ੍ਰੋਸੈਸ ਹੋਇਆ ਮੇਰੇ ਨਾਲ, ਉਹ ਸਾਰਾ ਪ੍ਰੋਸੈਸ ਦੇਖਣ ਤੋਂ ਬਾਅਦ ਮੈਂ ਡਿਸਾਈਡ ਕਰ ਲਿਆ ਸੀਗਾ ਕਿ ਪੇਜੈਂਟ ਕਰਨਾ ਹੈ, ਪੇਜੈਂਟ ਤਾਂ ਕਰਨਾ ਹੈ। ਫੈਮਿਨਾ ਮਿਸ ਇੰਡੀਆ ਨਹੀਂ ਕਰ ਪਾਉਂਗੀ ਤਾਂ ਕੁਝ ਹੋਰ ਕਰੂੰਗੀ, ਪੇਜੈਂਟ ਤਾਂ ਕਰਨਾ। ਔਰ ਉਸ ਪੂਰੇ ਪ੍ਰੋਸੈਸ ਦੇ ਦੌਰਾਨ ਮੇਰੇ ਅੱਛੇ ਲਿੰਕਸ ਬਣ ਗਏ ਸੀਗੇ ਸਾਰਿਆਂ ਦੇ ਨਾਲ। ਮੇ ਵੀ ਕੁਝ ਲੋਕ ਸੀਗੇ ਉਹ ਹੁੰਦੇ ਨਾ 1% ਲੱਤਾਂ ਖਿੱਚਣ ਵਾਲੇ, ਕੁਝ ਸੀਗੇ ਲੋਕ ਜਿਨ੍ਹਾਂ ਨੇ ਮੈਨੂੰ ਉੱਥੇ ਨਹੀਂ ਟਿਕਣ ਦਿੱਤਾ। ਬਟ ਉਹਦੇ ਵਿੱਚ 2-3% ਬਹੁਤ ਵਧੀਆ ਲੋਕ ਵੀ ਸੀਗੇ ਜਿਨ੍ਹਾਂ ਨੇ ਕਿ ਮੇਰਾ ਨਾਮ ਨੋਟ ਡਾਊਨ ਕਰ ਲਿਆ ਕਿ ਇਹਦੇ 'ਚ ਪੋਟੈਂਸ਼ੀਅਲ ਹੈਗਾ ਤੇ ਇਹ ਕੁਝ ਕਰ ਸਕਦੀ ਹੈ। ਫਿਰ 2015 ਤੋਂ ਲੈ ਕੇ 2018 ਤੱਕ ਮੈਂ ਵੇਟ ਕੀਤੀ ਹੈ ਕਿ ਖੁਦ ਨੂੰ ਸ਼ਾਇਦ ਗਰੂਮ ਕੀਤਾ ਉਸ ਲੈਵਲ ਤੱਕ ਪਹੁੰਚਣ ਵਾਸਤੇ, ਕਿਉਂਕਿ ਪੇਜੈਂਟ ਕਰਨ ਵਾਸਤੇ ਤੁਹਾਨੂੰ ਫੰਡਸ ਵੀ ਚਾਹੀਦੇ ਨੇ, ਤੁਹਾਨੂੰ ਗਰੂਮਿੰਗ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਕੱਪੜੇ ਪ੍ਰੋਫੈਸ਼ਨਲ ਹੋਣੇ ਚਾਹੀਦੇ ਆ, ਹੈ ਨਾ, ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਤੇ ਉਸ ਤੋਂ ਬਾਅਦ ਫਿਰ ਮੈਨੂੰ 2018 ਦੇ ਵਿੱਚ ਪੇਜੈਂਟ ਕਰਨ ਦਾ ਮੌਕਾ ਮਿਲਿਆ। ਉਹ ਇੱਕ ਟਰਨਿੰਗ ਪੁਆਇੰਟ ਸੀਗਾ ਜਦੋਂ ਮੈਂ ਉੱਥੇ ਗਈ ਇੱਕ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ। ਆਈ ਵਾਸ ਕੰਪੀਟਿੰਗ ਵਿਦ ਆਲਮੋਸਟ 35 ਕੰਟਰੀਜ਼ ਦੇਅਰ। ਉੱਥੇ ਮੈਨੂੰ ਗਰੂਮਿੰਗ ਮਿਲੀ, ਉਹਨਾਂ ਨੇ ਮੈਨੂੰ ਸਿਖਾਇਆ ਕਿ ਪੇਜੈਂਟ ਦੀ ਵਾਕ ਕੀ ਹੁੰਦੀ ਆ, ਇੱਦਾਂ ਰੈਂਪ 'ਤੇ ਚੱਲਣਾ ਪੇਜੈਂਟ ਦੀ ਵਾਕ ਨਹੀਂ ਹੁੰਦੀ। ਉਹ ਸਰ ਸਾਡੇ ਸੀਗੇ ਜੌਨ ਸਰ, ਉਹਨਾਂ ਦੀ ਡੈਥ ਹੋ ਗਈ ਕੋਵਿਡ ਦੇ ਟਾਈਮ 'ਤੇ, ਤੇ ਹੀ ਗਰੂਮਡ ਮੀ ਫॉर ਪੇਜੈਂਟਸ। ਮੈਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੀ ਹਾਂ, ਉਹਨਾਂ ਨੇ ਮੈਨੂੰ ਗਰੂਮ ਕੀਤਾ ਸੀਗਾ। ਮੈਨੂੰ ਬੇਸਿਕ ਮੇਕਅਪ ਕਰਨਾ ਉਹਨਾਂ ਨੇ ਸਿਖਾਇਆ, ਮੈਨੂੰ ਤੁਰਨਾ ਉਹਨਾਂ ਨੇ ਸਿਖਾਇਆ ਕਿ ਇੱਕ ਪੇਜੈਂਟ ਰਿਪਰੈਜ਼ੈਂਟੇਟਿਵ ਜਿਹੜੀ ਲੜਕੀ ਹੁੰਦੀ ਆ ਉਹਨੇ ਆਨਸਰ ਕਿੱਦਾਂ ਕਰਨਾ ਆ, ਉਹਨੇ ਥੈਂਕ ਯੂ ਕਿੱਦਾਂ ਬੋਲਣਾ ਹੈ, ਉਹਦੀ ਗ੍ਰੇਸ ਕੀ ਹੁੰਦੀ ਹੈ, ਉਹਨਾਂ ਨੇ ਮੈਨੂੰ ਸਿਖਾਇਆ। ਉਹ ਇੱਕ ਟਰਨਿੰਗ ਪੁਆਇੰਟ ਸੀਗਾ। ਫਿਰ 2019 ਦੇ ਵਿੱਚ ਇੱਕ ਐਵੇਂ ਹੀ ਪੇਜੈਂਟ ਕਰ ਲਿਆ ਕਿ ਚਲੋ ਐਕਸਪੀਰੀਅੰਸ ਲੈ ਲੈਂਦੇ ਹਾਂ, ਹੈ ਨਾ, ਤੇ ਉਹਦੀ ਮੈਂ ਬ੍ਰਾਂਡ ਐਂਬੈਸਡਰ ਬਣ ਗਈ। ਉਸ ਤੋਂ ਬਾਅਦ ਫਿਰ ਜਿਹੜਾ ਇਹ ਹੁਣ ਲਾਸਟ ਪੇਜੈਂਟ ਸੀਗਾ ਜਿਹੜਾ ਟੌਪ ਮਾਡਲ ਇੰਟਰਨੈਸ਼ਨਲ, ਇਹ ਜਿਹਨੂੰ ਕਹਿੰਦੇ ਨਾ ਕਿ ਮੈਨੂੰ ਇਹ ਵਿਕਟ ਮੈਨੂੰ ਚਾਹੀਦੀ ਸੀਗੀ, ਆਈ ਵਾਂਟਡ ਦਿਸ ਹੈਟ੍ਰਿਕ। ਤੇ ਫਿਰ ਬਸ ਇਹ ਲਾਸਟ ਪੇਜੈਂਟ ਕੀਤਾ। ਤੇ ਆਈ ਥਿੰਕ ਇਹ ਹੁਣ ਇੱਕ ਬਹੁਤ ਹੀ ਵੱਡਾ ਮੇਰੀ ਲਾਈਫ ਦੇ ਵਿੱਚ ਮੋੜ ਆ, ਜਿਹਨੇ ਮੈਨੂੰ
ਬਹੁਤ ਜ਼ਿਆਦਾ ਐਪਰੀਸੀਏਸ਼ਨ ਦਿੱਤੀ ਆ। ਫਾਈਨਲੀ ਲੋਕਾਂ ਨੂੰ ਪਤਾ ਲੱਗਿਆ ਕਿ ਪੇਜੈਂਟਰੀ ਵੀ ਹੁੰਦੀ ਆ। ਮਾਡਲਿੰਗ ਤੇ ਪੇਜੈਂਟਰੀ ਦੋਨੋਂ ਬਹੁਤ ਹੀ ਡਿਫਰੈਂਟ ਵਰਲਡਸ ਨੇ, ਹੈ ਨਾ। ਤੇ ਇਹਨਾਂ ਦੀ ਆਪਣੀ ਆਪਣੀ ਅਲੱਗ-ਅਲੱਗ ਪਹਿਚਾਣ ਆ। ਤੇ ਦੁਨੀਆ ਦੇ ਵਿੱਚ ਹਜ਼ਾਰਾਂ ਪੇਜੈਂਟਸ ਹੁੰਦੇ ਨੇ, ਹਜ਼ਾਰਾਂ ਲੜਕੀਆਂ ਕੰਪੀਟ ਕਰਦੀਆਂ ਨੇ। ਇੱਕ ਛੋਟਾ ਜਿਹਾ ਪੇਜੈਂਟ ਹੋਵੇ, ਚਾਹੇ ਮਿਸ ਵਰਲਡ ਦਾ ਪੇਜੈਂਟ ਹੋਵੇ, ਮਿਹਨਤ ਓਨੀ ਹੀ ਲੱਗਦੀ ਹੈ। ਤੁਸੀਂ ਇੱਕ ਛੋਟਾ ਜਿਹਾ ਸਕੂਲ ਲੈਵਲ ਦਾ ਪੇਜੈਂਟ ਕਰਾ ਲਓ, ਉੱਥੇ ਵੀ ਬੱਚੇ ਆਪਣੀ ਜਾਨ ਲਗਾ ਦੇਣਗੇ, ਹੈ ਨਾ, ਜਿੱਤਣ ਵਾਸਤੇ। ਜਿਹੜਾ ਨਹੀਂ ਜਿੱਤੇਗਾ ਉਹ ਉਦਾਸ ਹੋਏਗਾ। ਇੱਦਾਂ ਹੀ ਹੁੰਦਾ ਹੈ ਉੱਥੇ ਵੀ। ਹਰ ਪੇਜੈਂਟ ਦੇ ਵਿੱਚ ਇਹੀ ਐਕਸਪੀਰੀਅੰਸ ਹੁੰਦਾ ਹੈ ਕਿ ਮਿਹਨਤ ਸਾਰੇ ਕਰਦੇ ਨੇ। ਤੇ ਮੈਂ ਇੱਕ ਮੈਸੇਜ, ਇਹ ਮੇਰਾ ਪਬਲਿਕ ਮੈਸੇਜ ਹੋਊਗਾ ਸਾਰਿਆਂ ਨੂੰ, ਪਲੀਜ਼ ਜਿੰਨੇ ਵੀ ਪੇਜੈਂਟਸ ਹੁੰਦੇ ਆ ਸਾਰੀ ਉਹਨਾਂ ਨੂੰ ਐਪਰੀਸ਼ੀਏਟ ਕਰਿਆ ਕਰੋ, ਕਿਉਂਕਿ ਮਿਹਨਤ ਹਰ ਪੇਜੈਂਟ ਵਿੱਚ ਲੱਗਦੀ ਆ। ਸਟੇਜ ਤੇ ਖੜੇ ਹੋ ਜਾਣਾ ਤਾਂ, ਜਾਂ ਇੱਕ ਆਪਣੀ ਕੰਟਰੀ ਦੇ ਵਿੱਚੋਂ ਸਿਲੈਕਟ ਹੋ ਕੇ, ਆਪਣੀ ਆਬਾਦੀ ਪਤਾ ਕਿੰਨੀ ਹੈ, ਉਹਦੇ ਵਿੱਚੋਂ ਇੱਕ ਲੜਕੀ ਜਦੋਂ ਸਿਲੈਕਟ ਹੋ ਕੇ ਇੱਕ ਅਲੱਗ ਕੰਟਰੀ ਦੇ ਵਿੱਚ ਇੰਡੀਆ ਦਾ ਸੈਸ਼ ਪਾ ਕੇ ਖੜੀ ਹੁੰਦੀ ਆ, ਉਦੋਂ ਜਿੱਤ ਜਾਂਦੀ ਹੈ ਇੱਕ ਤਰੀਕੇ ਨਾਲ। ਤਾਂ ਉਹਨਾਂ ਨੂੰ ਐਪਰੀਸ਼ੀਏਟ ਕਰਿਆ ਕਰੋ, ਰੈਦਰ ਦੈਨ ਉਹਨਾਂ ਦੀਆਂ ਲੱਤਾਂ ਨਾ ਖਿੱਚਿਆ ਕਰੋ। ਬਸ ਇੰਨਾ ਹੀ ਕਹੂੰਗੀ ਕਿ ਐਪਰੀਸ਼ੀਏਟ ਕਰਿਆ ਕਰੋ। ਪੇਜੈਂਟ ਕੋਈ ਵੀ ਹੋਵੇ, ਉਹਨੂੰ ਐਪਰੀਸ਼ੀਏਸ਼ਨ ਦਿਓ। ਦੇਖੋ, ਕੋਈ ਵੀ ਕੰਪੀਟੀਸ਼ਨ ਦੇ ਵਿੱਚ ਪਾਰਟ ਲੈਣਾ ਹੀ ਇੱਕ ਬਹੁਤ ਵੱਡੀ ਕਰੇਜ ਦੀ ਗੱਲ ਹੈਗੀ। ਜਿੱਤਣਾ ਜਾਂ ਰਨਰ ਅਪ ਰਹਿਣਾ ਇਹ ਸੈਕਿੰਡ ਗੱਲ ਹੈਗੀ ਆ। ਪਹਿਲਾਂ ਤੁਹਾਨੂੰ ਪਾਰਟਿਸਿਪੇਟ ਕਰਨ ਲਈ ਬਹੁਤ ਜ਼ਿਆਦਾ ਕਰੇਜ ਚਾਹੀਦੀ ਆ। ਅੱਛਾ ਮਨਪ੍ਰੀਤ, ਤੁਸੀਂ ਮਨਪ੍ਰੀਤ ਕੌਰ ਸੇਖੋਂ ਤੋਂ, ਡਾਕਟਰ ਮਨਪ੍ਰੀਤ ਕੌਰ ਸੇਖੋਂ ਦਾ ਜਿਹੜਾ ਸਫ਼ਰ ਸੀਗਾ, ਜਿਹੜਾ ਜਰਨੀ ਦੀ ਡਿਊਰੇਸ਼ਨ ਸੀਗੀ, ਇਹਦੇ ਬਾਰੇ ਵੀ ਪਲੀਜ਼ ਸਾਡੇ ਵਿਊਅਰਸ ਨੂੰ ਕੁਝ ਦੱਸੋ। ਸੋ ਡਾਕਟਰੇਟ ਦਾ ਇੱਦਾਂ ਸੀਗਾ, ਜਦੋਂ ਵੀ ਮੈਂ ਪੇਜੈਂਟ ਕੀਤੇ ਆ, ਆਕਾਸ਼ ਅਗਰਵਾਲ ਇਜ਼ ਮਾਈ ਨੈਸ਼ਨਲ ਡਾਇਰੈਕਟਰ। ਤੋ ਜਿੰਨੇ ਵੀ ਪੇਜੈਂਟਸ ਹੁੰਦੇ ਉਹਦੀ ਸਾਰੀ ਇਨਕੁਆਇਰੀ ਉਹਦੇ ਕੋਲ ਆਉਂਦੀ ਹੈ, ਤੇ ਉਹ ਸਿਲੈਕਟ ਕਰਦਾ ਆ ਲੜਕੀ ਨੂੰ ਤੇ ਉਹ ਭੇਜਦਾ ਆ। ਤੇ ਮੇਰਾ ਵੈਸੇ ਵੀ ਸਾਰਾ ਜਿੰਨਾ ਵੀ ਰਿਕਾਰਡ ਸੀਗਾ ਕਿ ਮੈਂ ਕੀ ਕੀ ਕੰਮ ਕਰਦੀ ਹਾਂ, ਜਾਂ ਮੇਰਾ ਜੋ ਵੀ ਮੈਂ A to Z ਜੋ ਵੀ ਕੰਮ ਕੀਤਾ, ਉਹਦਾ ਰਿਕਾਰਡ ਉਹਦੇ ਕੋਲ ਰਹਿੰਦਾ ਸੀਗਾ। ਤੇ ਉਹਨੇ ਕੀ ਕੀਤਾ, ਜਸਟ ਕਿ ਮੈਨੂੰ ਐਪਰੀਸ਼ੀਏਟ ਕਰਨ ਵਾਸਤੇ ਕਿ ਮੈਂ ਇੱਕ ਇਹੋ ਜਿਹੀ ਲੜਕੀ ਹਾਂ ਜਿਹੜੇ ਉਹਦੇ ਪੇਜੈਂਟਸ, ਜਿਵੇਂ ਹੁਣ ਐਜ਼ ਅ ਨੈਸ਼ਨਲ ਡਾਇਰੈਕਟਰ ਉਹ ਸੀਗਾ ਤੇ ਮੈਂ ਐਜ਼ ਪਾਰਟਿਸਿਪੈਂਟ ਗਈ ਤੇ ਮੈਂ ਜਿੱਤ ਕੇ ਆਈ, ਸਬ ਟਾਈਟਲਸ ਵੀ ਲੈ ਕੇ ਆਈ। ਤਾਂ ਐਜ਼ ਅ ਗਿਫਟ ਕਹਿ ਲਓ ਜਾਂ ਐਜ਼ ਅ ਐਪਰੀਸੀਏਸ਼ਨ ਕਹਿ ਲਓ, ਉਹਨੇ ਮੇਰਾ ਨਾਮ ਰਿਕਮੈਂਡ ਕਰਤਾ ਡਾਕਟਰੇਟ ਵਾਸਤੇ। ਉਹਦਾ ਕੋਈ ਲਿੰਕ ਸੀਗਾ। ਤੇ ਜ਼ਿਆਦਾਤਰ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਬਟ ਬਿਕੋਜ਼ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਾ ਐਕਟਿਵ ਹੈ, ਉਹਨੂੰ ਪਤਾ ਹੈ ਕਿ ਇੱਦਾਂ ਦੇ ਅਵਾਰਡਸ ਹੁੰਦੇ ਨੇ ਜਾਂ ਇੱਦਾਂ ਹੋ ਸਕਦਾ ਹੈ। ਤਾਂ ਉਹਨੇ ਕੀ ਕੀਤਾ ਕਿ ਮੈਨੂੰ ਪੁੱਛੇ ਬਿਨਾਂ ਮੇਰਾ ਨਾਮ ਰਿਕਮੈਂਡ ਕਰਤਾ। ਤੇ ਮੈਨੂੰ ਫਿਰ ਉਸਦਾ ਫੋਨ ਆਇਆ ਕਿ ਮਨਪ੍ਰੀਤ देयर इज अ सरप्राइज फॉर यू। मैं क्या व्हाट सरप्राइज इज इट, अब क्या कर दिया तूने। तो कहता मैंने ना तुम्हारा नाम रिकमेंड किया है डॉक्टरेट के लिए। मैंने कहा मेरा नाम डॉक्टरेट के लिए, मतलब मैं कादी डॉक्टरेट कर लेनी है। इदां डॉक्टरेट मेरे दिमाग ਦੇ ਵਿੱਚ ਇਦਾਂ ਸੀਗਾ ਕਿ ਡਾਕਟਰੇਟ ਕਰਨ ਵਾਸਤੇ ਤੁਹਾਨੂੰ ਕਾਫੀ ਪੜ੍ਹਾਈ ਕਰਨੀ ਪੈਂਦੀ ਹੈ। ਤੇ ਫਿਰ ਉਹਨੇ ਮੈਨੂੰ ਦੱਸਿਆ ਕਿ ਨਹੀਂ, ਆਨਰਰੀ ਡਾਕਟਰੇਟ ਵੀ ਹੁੰਦੀ ਹੈ ਤੇ ਮੈਂ ਤੇਰਾ ਨਾਮ ਰਿਕਮੈਂਡ ਕੀਤਾ ਹੈ, ਤੂੰ ਮੈਨੂੰ ਆਪਣੇ ਅਚੀਵਮੈਂਟਸ ਦੱਸ ਦੀ। ਮੈਨੂੰ ਤੇਰੇ ਮਾਡਲਿੰਗ ਦੇ ਅਚੀਵਮੈਂਟਸ ਪਤਾ ਨੇ, ਬਾਕੀ ਜੇ ਤੂੰ ਲਾਈਫ ਦੇ ਵਿੱਚ ਤੈਨੂੰ ਕੋਈ ਪ੍ਰਾਈਜ਼ ਮਿਲਿਆ ਸੀਗਾ, ਕਿਸੇ ਲੈਵਲ ਤੇ ਤੂੰ ਪਹੁੰਚੀ ਆ ਜਾਂ ਕੁਝ ਵੀ ਆ, ਜੋ ਵੀ ਹੈਗਾ ਆ ਤੂੰ ਮੈਨੂੰ ਦੱਸ ਦੇ। ਮਤਲਬ ਬਿਫੋਰ ਮਾਡਲਿੰਗ ਜੇ ਤੂੰ ਕੁਝ ਕੀਤਾ ਹੈ, ਮਤਲਬ ਐਕੈਡੈਮਿਕਸ ਦੇ ਵਿੱਚ ਕੋਈ ਅਚੀਵਮੈਂਟ ਆ, ਕਿੰਨੇ ਨੰਬਰ ਆਏ ਸੀ, ਹਾਂ ਓਵਰਆਲ ਜੋ ਵੀ ਆ ਉਹ ਮੈਨੂੰ ਦੱਸ ਦੇ। ਤੇ ਮੈਂ ਉਹਨੂੰ ਦੱਸ ਦਿੱਤਾ। ਤੇ ਫਿਰ ਸੀਗਾ ਵੇਟਿੰਗ ਟਾਈਮ ਕਿ ਤੁਹਾਨੂੰ ਡਾਕਟਰੇਟ ਮਿਲਣੀ ਹੈ ਕਿ ਨਹੀਂ ਮਿਲਣੀ। ਫਿਰ ਜਿਸ ਦਿਨ ਉਹਦੀ ਕਨਫਰਮੇਸ਼ਨ ਮੇਲ ਆਈ ਤੇ ਬਹੁਤ ਖੁਸ਼ ਸੀਗੀ। ਮੈਂ ਆਪਣੇ ਘਰਦਿਆਂ ਨੂੰ ਕਹਿ ਰਹੀ ਸੀਗੀ ਕਿ ਦੇਖੋ ਤੁਹਾਡੀ ਫੈਮਿਲੀ ਦੇ ਵਿੱਚ ਪਹਿਲੀ ਡਾਕਟਰ ਮੈਂ, ਹੈ ਨਾ, ਕਿ ਮੈਂ ਬਿਨਾਂ ਪੜ੍ਹਾਈ ਤੋਂ ਡਾਕਟਰ ਬਣ ਗਈ। ਤੇ ਮੇਰੀ ਡਾਕਟਰੇਟ ਹੋਈ। ਤੇ ਡਿਗਰੀ ਮਿਲਣ ਤੋਂ ਬਾਅਦ ਮੈਨੂੰ ਉੱਥੇ ਦੇ ਜਿਹੜੇ ਆਰਗੇਨਾਈਜ਼ਰ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਬਹੁਤ ਯੰਗ ਸੀਗੀ ਤੇ ਬਹੁਤ ਕੰਟਰੋਵਰਸੀ ਹੋਈ ਆ ਕਿ ਤੈਨੂੰ ਡਾਕਟਰੇਟ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ। ਫਿਰ ਐਂਡ 'ਚ ਅਸੀਂ ਹਾਰ ਗਏ ਕਿ ਅੱਛੇ ਅਚੀਵਮੈਂਟਸ ਨੇ, ਰੈਕੋਗਨਾਈਜ਼ ਕਰਨ ਵਾਲੇ ਅਚੀਵਮੈਂਟਸ ਨੇ ਤੇ ਡਾਕਟਰੇਟ ਦੇ ਦੇਣੀ ਚਾਹੀਦੀ ਹੈ। ਸੋ ਇਟ ਇਜ਼ ਅ ਆਨਰਰੀ ਡਾਕਟਰੇਟ। ਤੇ ਮੈਂ ਬਹੁਤ ਲੱਕੀ ਹਾਂ ਤੇ ਪ੍ਰਿਵਿਲੇਜਡ ਹਾਂ ਇਸ ਮਾਮਲੇ ਦੇ ਵਿੱਚ ਕਿ ਮੈਨੂੰ ਇੰਨੀ ਵੱਡੀ ਨਾ ਖਿਤਾਬ ਮਿਲਿਆ ਆ। ਤੋ ਇਟਸ ਰੀਅਲੀ ਅ ਬਿਗ ਪ੍ਰਿਵਿਲੇਜ ਫॉर ਮੀ। ਮਨਪ੍ਰੀਤ, ਹੁਣ ਲਾਸਟ ਵਿੱਚ ਇੱਕ ਮੈਸੇਜ ਯੰਗਸਟਰਸ ਲਈ ਜਿਹੜੇ ਇੰਡਸਟਰੀ ਜੁਆਇਨ ਕਰਨਾ ਚਾਹੁੰਦੇ ਆ, ਜਾਂ ਫਿਲਮ ਇੰਡਸਟਰੀ ਹੋਈ ਜਾਂ ਫੈਸ਼ਨ ਇੰਡਸਟਰੀ ਹੋਈ ਜਾਂ ਇਹ ਸਾਰੀ ਇੰਡਸਟਰੀ ਨਾਲ ਰਿਲੇਟਡ ਬੱਚੇ ਜੁਆਇਨ ਕਰਨਾ ਚਾਹੁੰਦੇ, ਉਹਨਾਂ ਲਈ ਕੋਈ ਮੈਸੇਜ ਤੁਸੀਂ। ਦੇਖੋ, ਆਪਾਂ ਨਾ ਬਹੁਤ ਕਾਮਨ ਲਾਈਫ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ, ਹੈ ਨਾ। ਹਰ ਕੰਮ ਦੀ ਇੱਜ਼ਤ ਕਰਨੀ ਚਾਹੀਦੀ ਆ, ਹਰ ਕੰਮ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਤੇ ਫਿਰ ਮਾਡਲਿੰਗ ਵੀ ਤਾਂ ਇੱਕ ਜੌਬ ਆ, ਉਹਨੂੰ ਵੀ ਐਪਰੀਸ਼ੀਏਟ ਕਰੋ। ਤੇ ਜਿਹੜੇ ਵੀ ਸਟੀਰੀਓਟਾਈਪਸ ਚੱਲ ਰਹੇ ਨੇ ਨਾ ਕਿ ਕਹੀਆਂ ਕਹਾਈਆਂ ਗੱਲਾਂ ਜੀ ਮਾਡਲਿੰਗ ਦੇ ਵਿੱਚ ਇਦਾਂ ਹੋ ਜਾਂਦਾ, ਜਦੋਂ ਤੱਕ ਤੁਸੀਂ ਨਹੀਂ ਚਾਹੁੰਦੇ ਹੈਗੇ, ਤੁਹਾਨੂੰ ਕੀ ਲੱਗਦਾ ਆ ਕੋਈ ਤੁਹਾਨੂੰ ਇਦਾਂ ਹੱਥ ਵੀ ਲਾ ਸਕਦਾ ਆ?
ਕੋਈ ਨਹੀਂ ਕੁਝ ਵੀ ਕਰ ਸਕਦਾ ਹੈਗਾ। ਜਦੋਂ ਤੱਕ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਹੈਗਾ, ਜਦ ਤੱਕ ਤੁਸੀਂ ਆਪਣੀ ਮਿਹਨਤ ਇਮਾਨਦਾਰੀ ਨਾਲ ਕਰ ਰਹੇ ਹੋ, ਠੀਕ ਹੈ, ਆਪਣਾ 100% ਕਿਸੇ ਚੀਜ਼ ਨੂੰ ਦੇ ਰਹੇ ਹੋ, ਭਾਵੇਂ ਉਹ ਮਾਡਲਿੰਗ ਆ ਜਾਂ ਐਕਟਿੰਗ ਹੈ, ਤਾਂ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਹੈਗਾ। ਗਿਵ ਯੂਅਰ 100% ਤੇ ਸਟੀਰੀਓਟਾਈਪਸ ਨੂੰ ਬ੍ਰੇਕ ਕਰੋ। ਇਹਨਾਂ ਨਾ 9 to 5 ਜੌਬ ਵਾਲੇ ਵੀ ਕਮਾਉਂਦੇ ਨਹੀਂ ਹੈਗੇ, ਜਾਂ ਬਹੁਤ ਵੱਡੇ ਵੱਡੇ ਕੰਪਨੀਆਂ ਵਾਲੇ ਵੀ ਇੰਨਾ ਨਹੀਂ ਕਮਾਉਂਦੇ। ਜੇ ਤੁਸੀਂ ਮਿਹਨਤ ਕਰਕੇ ਕਮਾਓਗੇ ਨਾ, ਤੁਸੀਂ ਆਪਣੀ ਲਾਈਫ ਨੂੰ ਕਿਤੇ ਤੋਂ ਕਿਤੇ ਲੈ ਜਾਓ। ਇਟ ਇਜ਼ ਅ ਗੁੱਡ ਪ੍ਰੋਫੈਸ਼ਨ, ਇਟ ਇਜ਼ ਅ ਡੀਸੈਂਟ ਪ੍ਰੋਫੈਸ਼ਨ, ਇਟ ਇਜ਼ ਅ ਵੈਰੀ ਹਾਰਡ ਵਰਕਿੰਗ ਪ੍ਰੋਫੈਸ਼ਨ। ਲਾਈਫ ਬਹੁਤ ਮਤਲਬ ਮਾਡਲਿੰਗ ਬਹੁਤ ਹਾਰਡ ਵਰਕ ਮੰਗਦੀ ਹੈ। ਪਹਿਲਾਂ ਤਾਂ ਸੈਕਰੀਫਾਈਸ ਕਰਦੇ ਹੋ ਤੁਸੀਂ ਆਪਣੀ ਡਾਈਟ ਤੇ, ਆਪਣੇ ਫੇਵਰੇਟ ਫੂਡਸ ਤੇ, ਆਪਣੀ ਬਾਡੀ ਨੂੰ ਫਿਟ ਰੱਖਣ ਤੇ, ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਜਦੋਂ ਤੁਸੀਂ ਇੱਕ ਚੀਜ਼ ਅਚੀਵ ਕਰਦੇ ਹੋ, ਉਹਦੀ ਸੈਟੀਸਫੈਕਸ਼ਨ ਬਹੁਤ ਡਿਫਰੈਂਟ ਹੁੰਦੀ ਹੈ। ਸੋ ਮੈਂ ਇਹੀ ਸਾਰਿਆਂ ਨੂੰ ਕਹੂੰਗੀ ਕਿ ਕਿਸੇ ਦੀਆਂ ਗੱਲਾਂ ਤੇ ਬਿਲੀਵ ਨਾ ਕਰੋ ਜਦ ਤੱਕ ਤੁਸੀਂ ਉਸ ਚੀਜ਼ ਨੂੰ ਟਰਾਈ ਨਹੀਂ ਕਰ ਲੈਂਦੇ। ਡੋਂਟ ਬਿਲੀਵ ਐਨੀਵਨ। ਜੇ ਤੁਸੀਂ ਮਾਡਲਿੰਗ 'ਚ ਐਂਟਰ ਕਰ ਰਹੇ ਹੋ, ਗਿਵ ਯੂਅਰ 100% ਐਂਡ ਆਈ ਕੈਨ ਸੇ ਯੂ ਵਿਲ ਸਕਸੀਡ। ਇਫ ਆਈ ਕੈਨ ਡੂ ਇਟ being a small town girl, that's what I say always, that I'm a small town girl। ਮੈਂ ਇਹੋ ਜਿਹੇ ਸ਼ਹਿਰ ਤੋਂ ਜਿਹਦਾ ਨਾਮ ਵੀ ਨਾ ਪੰਜਾਬ 'ਚ ਲੋਕਾਂ ਨੂੰ ਪਤਾ ਨਹੀਂ ਹੋਣਾ, ਦੁਰਾਹਾ। ਮੈਨੂੰ ਦੱਸਣਾ ਪੈਂਦਾ ਹੈ ਕਿ ਲੁਧਿਆਣੇ ਤੋਂ 25 ਕਿਲੋਮੀਟਰ ਤੇ ਜੀ ਮੇਰਾ ਪਿੰਡ ਹੈ, ਜਾਂ ਟਾਊਨ ਕਹਿ ਲਓ, ਹੈ ਨਾ, ਛੋਟਾ ਜਿਹਾ ਕਸਬਾ ਹੈ। ਮੈਂ ਇੱਥੋਂ ਨਿਕਲ ਕੇ ਆਈ ਹਾਂ, ਮੈਂ ਪੰਜਾਬ ਬੋਰਡ 'ਚ ਪੜ੍ਹੀ ਹਾਂ। ਤੇ ਇਹ ਸਾਰੀਆਂ ਚੀਜ਼ਾਂ ਦੱਸੋ, ਜੇ ਮੈਂ ਕਰ ਲਿਆ, ਜੇ ਮੈਂ ਇੰਟਰਨੈਸ਼ਨਲ ਪਲੇਟਫਾਰਮ ਤੇ ਖੜੀ ਹੋ ਗਈ, ਮੈਂ ਜੇ ਡਾਕਟਰੇਟ ਲੈ ਲਈ, ਮੈਂ 3 ਇੰਟਰਨੈਸ਼ਨਲ ਪੇਜੈਂਟਸ ਜਿੱਤ ਲਏ, ਜਾਂ ਮੈਂ ਇੰਟਰਨੈਸ਼ਨਲ ਸ਼ੋਜ਼ ਕਰਨ ਜਾਂਦੀ ਹਾਂ, ਜਾਂ ਮੈਂ ਇੰਟਰਨੈਸ਼ਨਲ ਮਾਡਲਿੰਗ ਕਰ ਰਹੀ ਹਾਂ, ਤਾਂ ਫਿਰ ਕੁਝ ਵੀ ਹੋ ਸਕਦਾ ਹੈ। ਜੇ ਮੈਂ ਕਰ ਸਕਦੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ। ਬਹੁਤ ਛੋਟੀ ਜੀ ਗੱਲ ਆ। ਜੇ ਮੈਂ ਕਰ ਸਕਦੀ ਹਾਂ ਤੁਸੀਂ ਵੀ ਕਰ ਸਕਦੇ, ਕੋਈ ਵੀ ਕਰ ਸਕਦਾ ਹੈ। ਬਾਕੀ ਤੇ ਰੱਬ ਦੇ ਹੱਥ ਹੁੰਦੀਆਂ ਵਾ ਗੱਲਾਂ। ਡੂ ਯੋਰ ਹਾਰਡ ਵਰਕ, ਡੂ ਯੋਰ ਬੈਸਟ ਐਂਡ ਲੀਵ ਦ ਰੈਸਟ ਟੂ ਗॉड। ਹਾਂਜੀ ਦੋਸਤੋ, ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਸਨ, ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਇਸ ਕਰਕੇ ਮਨਪ੍ਰੀਤ ਸੇਖੋਂ ਦੇ ਨਾਲ ਸਫ਼ਰਨਾਮਾ ਦਾ ਇਹ ਸਫ਼ਰ ਅਸੀਂ ਇੱਥੇ ਹੀ ਸਮੇਟਦੇ ਹਾਂ। ਮਿਲਾਂਗੇ ਅਗਲੇ ਹਫਤੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੇ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਸਫ਼ਰਨਾਮਾ ਬਾਰੇ। ਤਦ ਤੱਕ ਸਟੇ ਟਿਊਨ ਟੂ ਬ੍ਰੇਨ ਇਨਫੋ ਟੀਵੀ। ਥੈਂਕ ਯੂ ਸੋ ਮਚ।